वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जहर पीर जगत गुरु कल तारण आए श्री गुरु नानक देव महाराज जी का है। प्रसंग है सतगुरु पटना आए ने सालस राय जौहरी नूं अते उस दे घर दे नौकर सेवक अदरिड़के नूं सतगुरु ने अपनियां बख्शिशां दे नाल नवाजिया है। पैरी पवना जग वरताया दी इत्थे परतक सतगुरु जी ने परिभाषित की है। सालस राय जौहरी नूं कहा कि निज किंकर के चरण गहीजै, बंधन कर होवे गत तेरी, जग में मिटै जन्म की फेरी। सुन सालस बंदे दवै हाथा, तूरन धरियो दास पद माथा। बोलियो गुरु सो हवै कर दीना, ए जो दास मम बुद्ध परबीना। मत्था टेकिया, दो हाथ जोड़े, अदरिड़के दे चरना ते अपना सिर रखिया। संतन के सब जामै लक्षण, कर्म धर्म के विखे बचशन। पुन रावर की करुणा होई, बंधन जोग भले है सोई। कहन लगा जी ये मेरा नौकर है, और नौकर भी ऐसा है कि इहदे विच संतां वाले सारे ही गुण ने, शुभ गुण ने। इहदे विच पुन रावर की करुणा होई, फिर अगों तुहाडी होर किरपा हो गई इस ते। अब जे डारो चरण सुहाना, तदपना आयस करहो हाना। सुन बच निकसे पंकज बदना, कहतव बंधन भय न कदना। कहन लगा जी हुक्म करो।
ਤੁਸੀਂ ਮੈਨੂੰ ਹੁਕਮ ਕਰੋ ਤੇ ਮੈਂ ਤਾਂ ਜਾਨਵਰਾਂ ਨੂੰ ਵੀ ਮੱਥਾ ਟੇਕ ਦਿਆਂ, ਕੋਈ ਕੁੱਕਰ ਹੋਵੇ ਤੇ ਮੈਂ ਉਸ ਨੂੰ ਵੀ ਮੱਥਾ ਟੇਕ ਦਿਆਂ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨਾਂ ਦਾ ਅਨੁਸਾਰੀ ਹੋਇਆ ਸਾਲਸ ਰਾਏ ਜੌਹਰੀ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ। ਅਗਲੀ ਕਥਾ ਆਪ ਜੀ ਬੜੇ ਪਿਆਰ ਦੇ ਨਾਲ ਸਰਵਣ ਕਰੋ। ਹਾਂਜੀ। ਨਿਰੰਕਾਰ ਕੋ ਬੰਦਨ ਕਰੀਏ, ਉਰ ਤੇ ਸਰਬ ਪਰਮ ਪਰ ਹਰੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਨਹੀਂ ਸਾਲਸ ਰਾਏ, ਜਾਨਵਰਾਂ ਜਾਂ ਕੁੱਤਿਆਂ ਨੂੰ ਮੱਥਾ ਨਹੀਂ ਟੇਕਣਾ, ਮੱਥਾ ਤੇ ਰੱਬ ਨੂੰ ਟੇਕਣਾ ਹੈ, ਜਾਂ ਕਿਸੇ ਰੱਬ ਵਰਗੇ ਨੂੰ ਟੇਕਣਾ ਹੈ, ਜਾਂ ਕਿਸੇ ਨੂੰ ਰੱਬ ਸਮਝ ਕੇ ਟੇਕਣਾ ਹੈ। ਜਦੋਂ ਅਸੀਂ ਇਹ ਸ਼ਬਦ ਸੁਣਦੇ ਹਾਂ ਕਿ ਜੋ ਦੀਸੈ ਗੁਰ ਸਿੱਖੜਾ, ਤਿਸ ਨਿਮ ਨਿਮ ਲਾਗੋਂ ਪਾਏ ਜੀਓ, ਇਹਦਾ ਅਰਥ ਇਹ ਨਹੀਂ ਹੈ ਕਿ ਕੋਈ ਗੁਰਸਿੱਖ ਕੋਈ ਵੱਖਰੀ ਕਿਸੇ ਹਸਤੀ ਦਾ ਅਧਿਕਾਰੀ ਹੈ, ਕਿਉਂਕਿ ਜਦੋਂ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਜਦੋਂ ਅਸੀਂ ਮੰਨਦੇ ਹਾਂ ਕਿ ਗੁਰੂ ਕਲਗੀਧਰ ਪਿਤਾ ਦੀਆਂ ਅਨੰਤ ਰਹਿਮਤਾਂ ਦਾ ਬਖਸ਼ਿਆ ਹੋਇਆ ਗੁਰੂ ਦਾ ਖਾਸ ਰੂਪ ਇਹ ਖਾਲਸਾ ਹੈ, ਤਦੋਂ ਹੀ ਮੱਥਾ ਟੇਕਿਆ ਜਾ ਸਕਦਾ ਹੈ। ਹੋਰ ਕੋਈ ਕਾਰਨ ਨਹੀਂ ਹੈ ਮੱਥਾ ਟੇਕਣ ਦਾ। ਸਤਿਗੁਰੂ ਕਹਿਣ ਲੱਗੇ, ਨਹੀਂ ਸਾਲਸ ਰਾਏ, ਜਾਨਵਰਾਂ ਕੁੱਕਰਾਂ ਨੂੰ ਮੱਥਾ ਨਹੀਂ ਟੇਕਣਾ। ਨਿਰੰਕਾਰ ਕੋ ਬੰਧਨ ਕਰੀਏ, ਉਰਤੇ ਸਰਬ ਭਰਮ ਪਰ ਹਰੀਏ। ਮੱਥਾ ਪਰਮੇਸ਼ਰ ਨੂੰ ਟੇਕਣਾ ਹੈ, ਮਨ ਵਿੱਚੋਂ ਸਾਰੇ ਭਰਮ ਮਿਟਾਉਣੇ ਨੇ, ਕਿਉਂਕਿ ਭਰਮ ਕੋਈ ਹੈ ਹੀ ਨਹੀਂ। ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਸਮੇਂ ਦਾ ਭਰਮ ਕਰਦੇ ਹਾਂ, ਦਿਨਾਂ ਦਾ ਭਰਮ ਕਰਦੇ ਹਾਂ, ਮਹੀਨਿਆਂ ਦਾ ਭਰਮ ਕਰਦੇ ਹਾਂ, ਕਿਸੇ ਦੇ ਆਵਾਜ਼ ਮਾਰਨ ਦਾ ਭਰਮ ਕਰਦੇ ਨੇ, ਪਿੱਛੋਂ ਆਵਾਜ਼ ਮਾਰ ਲਈ, ਕਿਸੇ ਦੇ ਅੱਗੋਂ ਲੰਘ ਜਾਣ ਦਾ ਭਰਮ ਕਰਦੇ ਹਾਂ, ਕਿਸੇ ਦੇ ਮੱਥੇ ਲੱਗਣ ਦਾ ਭਰਮ ਕਰਦੇ ਹਾਂ। ਇਹ ਸਾਰੀਆਂ ਚੀਜ਼ਾਂ ਬੇਮਾਇਨਾ ਨੇ। ਗੱਲ ਸਿਰਫ ਇੰਨੀ ਹੈ ਕਿ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਜੇ ਗੁਰੂ ਤੁਹਾਡੇ ਵੱਲ ਹੈ ਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ, ਬਿੱਲੀ ਰਾਹ ਕੱਟ ਗਈ ਜੀ, ਸਤਿਗੁਰੂ ਕਹਿੰਦੇ ਲੱਖਾਂ ਬਾਹਾਂ ਵਾਲਾ ਬੰਦਾ ਤੁਹਾਡੇ ਸਾਹਮਣੇ ਖਲੋਤਾ ਹੋਵੇ, ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ। ਪਰ ਗੁਰੂ ਤੁਹਾਡੇ ਵੱਲ ਹੋਣਾ ਚਾਹੀਦਾ। ਮੈਂ ਤਾਂ ਬਹੁਤ ਵਾਰੀ ਬੇਨਤੀ ਕਰਦਾ ਵੀ ਮਹਾਭਾਰਤ ਦੀ ਇਹ ਵੀ ਇੱਕ ਸਿੱਖਿਆ ਹੈ ਕਿ ਕੌਰਵਾਂ ਨੇ ਫੌਜ ਮੰਗੀ ਸੀ, ਪਾਂਡਵਾਂ ਨੇ ਕ੍ਰਿਸ਼ਨ ਜੀ ਨੂੰ ਮੰਗਿਆ ਸੀ, ਤੇ ਜਿੱਤੇ ਕੌਣ? ਜਿਨ੍ਹਾਂ ਕੋਲ ਕ੍ਰਿਸ਼ਨ ਜੀ ਸਨ। ਜਿੱਤ ਫੌਜਾਂ ਦੀ ਨਹੀਂ ਹੁੰਦੀ, ਜਿੱਤ ਤਾਂ ਰੱਬ ਦੀ ਹੋਣੀ ਹੈ ਭਾਈ। ਜਿੱਧਰ ਰੱਬ ਹੋਏਗਾ ਉਹ ਜਿੱਤ ਜਾਣਗੇ। ਇਸ ਕਰਕੇ ਜਿਹੜੀ ਨਮਸਕਾਰ ਹੈ ਉਹ ਪਰਮੇਸ਼ਰ ਨੂੰ ਹੈ। ਪਰ ਪਰਮੇਸ਼ਰ ਨੂੰ ਮੱਥਾ ਟੇਕਣ ਦਾ ਅਰਥ ਇਹ ਨਹੀਂ ਵੀ ਤੁਸੀਂ ਕਰਮਕਾਂਡੀ ਬਣ ਜਾਓ, ਪਖੰਡੀ ਬਣ ਜਾਓ, ਤਾਂਤਰਿਕ ਬਣ ਜਾਓ। ਇਹ ਗੱਲਾਂ ਬੇਮਾਇਨਾ ਨੇ, ਇਹ ਤਾਂ ਤੁਕ ਹੀ ਨਹੀਂ ਬਣਦੀ। ਔਰ ਇਹ ਗੱਲਾਂ ਸਾਡੇ ਤੇ ਰੋਜ਼ ਲਾਗੂ ਹੁੰਦੀਆਂ ਨੇ। ਆ ਵੇਖੋ ਨਾ, ਮੈਂ ਇੱਕ ਦਿਨ ਤਾਬਿਆ ਬੈਠਾ ਸੋਚ ਰਿਹਾ ਸੀ, ਕਿਉਂਕਿ ਸਾਡੇ ਬਜ਼ੁਰਗ ਪੜ੍ਹੇ ਲਿਖੇ ਹੈ ਨਹੀਂ ਸਨ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਮੇਰੇ ਮਦਰ ਅੰਗੂਠਾ ਛਾਪ ਸੀ, ਉਹਨਾਂ ਨੂੰ ਸਿਗਨੇਚਰ ਕਰਨੇ ਨਹੀਂ ਸੀ ਆਉਂਦੇ। ਪਰ ਉਹਨਾਂ ਨੇ ਇੱਕ ਗੱਲ ਸਮਝਾਈ, ਤੇ ਉਹ ਗੱਲ ਬਚਪਨ ਤੋਂ ਦਿਮਾਗ ਵਿੱਚ ਬੈਠੀ ਹੈ ਵੀ 15 ਸਰਾਧ, 9 ਨਰਾਤੇ ਤੇ 10ਵਾਂ ਦੁਸਹਿਰਾ। ਹੁਣ ਮੈਂ ਕਿਤੇ ਸੋਚ ਰਿਹਾ ਸੀ ਵੀ ਸਰਾਧ ਲੰਘ ਗਏ, ਫਿਰ ਨਰਾਤੇ ਆ ਗਏ, ਨਰਾਤਿਆਂ ਤੋਂ ਬਾਅਦ ਦੁਸਹਿਰਾ ਤੇ ਆਏ ਨਹੀਂ, ਦੁਸਹਿਰਾ ਤੇ ਚਲਾ ਗਿਆ 25 ਤਰੀਕ ਨੂੰ। ਉਹ ਡੈਰੀ ਵੇਖੀ, ਜੰਤਰੀ ਵੇਖੀ, ਫਿਰ ਪਤਾ ਲੱਗਾ ਵੀ ਆਹ ਵਿਚਕਾਰ ਮਹੀਨਾ ਜਿਹੜਾ ਇਹ ਅਸ਼ੁਭ ਹੈ, ਅਜੇ ਨਰਾਤੇ ਸ਼ੁਰੂ ਹੋਣੇ ਨੇ।
ਹੁਣ ਇਹਨਾਂ ਚੀਜ਼ਾਂ ਦਾ ਕੀ ਅਰਥ ਹੈ? ਕੋਈ ਅਰਥ ਨਹੀਂ ਹੈਗਾ। ਸਾਰੀ ਦੁਨੀਆ ਉਡੀਕਦੀ ਸੀ 2020 ਖੇਡਾਂਗੇ, ਉਹ ਸੋਚਦੇ ਸੀ ਕਿ 20 ਓਵਰ ਹੋਣਗੇ ਤੇ ਇਧਰੋਂ ਬੈਟ ਮਾਰਿਆ ਬਾਲ ਇੱਧਰ ਜਾਏਗੀ, ਇਧਰੋਂ ਮਾਰਿਆ ਇੱਧਰ ਜਾਏਗੀ। ਰੱਬ ਨੇ ਐਸੀ ਕ੍ਰਿਕਟ ਖਿਡਾਈ ਹੈ ਵੀ ਸਾਰਿਆਂ ਦਾ 2020 ਬਣਾਤਾ। ਸਾਡੀ ਗਿਣਤੀ ਦਾ ਕੀ ਅਰਥ ਹੈ? ਕੋਈ ਹੈ? ਮੇਰਾ ਤਾਂ ਜ਼ੋਰ ਹੀ ਇਸ ਗੱਲ ਤੇ ਹੁੰਦਾ ਹੈ ਕਿ ਜੋ ਵੀ ਸਾਡੀ ਆਸਥਾ ਹੈ, ਜੋ ਅਸੀਂ ਧਾਰਨਾ ਬਣਾ ਕੇ ਬੈਠੇ ਆ, ਉਹਦਾ ਬੇਸ ਕੀ ਹੈ? ਕੁਛ ਵੀ ਨਹੀਂ। ਤੇ ਫਿਰ ਇਹ ਹਵਾਈ ਮਹਿਲ ਕਾਹਦੇ ਨੇ ਭਾਈ? ਇਹ ਬਾਰੂ ਦੀਆਂ ਕਾਹਦੀਆਂ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਨੇ ਸੀ? ਇਹ ਸਾਰੀਆਂ ਚੀਜ਼ਾਂ ਬੇਮਾਇਨਾ ਨੇ। ਸਤਿਗੁਰੂ ਨੇ ਉਪਦੇਸ਼ ਦਿੱਤਾ, ਸਾਲਸ ਰਾਏ ਜੌਹਰੀ, ਮੱਥਾ ਰੱਬ ਨੂੰ ਟੇਕਣਾ ਹੈ ਤੇ ਜੀਵਨ ਵਿੱਚ ਭਰਮ ਨਹੀਂ ਕਰਨਾ। ਸਿੱਖ ਹੋਣ ਦਾ ਇਹ ਵੀ ਇੱਕ ਲੱਛਣ ਹੈ ਕਿ ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਭਰਮਾਂ ਤੇ ਭੇਖਾਂ ਵਿੱਚ ਨਹੀਂ ਪੈਣਾ, ਕਿਉਂਕਿ ਜਿਹੜਾ ਭਰਮਾਂ ਭੇਖਾਂ ਵਿੱਚ ਪੈ ਗਿਆ ਉਹਦੇ ਕਰਮ ਕਾਂਡ ਕਦੇ ਮੁੱਕ ਹੀ ਨਹੀਂ ਸਕਦੇ, ਉਹਦੇ ਵਹਿਮ ਭਰਮ ਕਦੇ ਮੁੱਕ ਹੀ ਨਹੀਂ ਸਕਦੇ। ਉਹ ਤਾਂਤਰਿਕ ਵਿਦਿਆ ਤੋਂ ਬਚ ਹੀ ਨਹੀਂ ਸਕਦਾ। ਕੋਈ ਆ ਜਾਏਗਾ ਜੀ ਤਾਂਬੇ ਦਾ ਸਿੱਕਾ ਪਾ ਲਓ ਜੀ, ਕੋਈ ਆਏਗਾ ਜੀ ਗਲੇ ਨਾਲ ਆਹ ਬੰਨ ਲਓ ਜੀ, ਕੋਈ ਕਹੇਗਾ ਪੈਰ ਨਾਲ ਇਹ ਬੰਨ ਲਓ ਜੀ, ਕੋਈ ਕਹੇਗਾ ਜੀ ਬੂਹੇ ਨਾਲ ਇਹ ਬੰਨ ਲਓ ਜੀ। ਕਿੱਥੋਂ ਤੱਕ ਜਾਵਾਂਗੇ ਆਪਾਂ? ਫਿਰ ਜੇ ਤੁਸੀਂ ਇਹਨੂੰ ਮੰਨ ਵੀ ਲਓ, ਫਿਰ ਅਗਲੀ ਗੱਲ ਜ਼ਰੂਰ ਖੋਲ ਕੇ ਵੇਖਣਾ ਕਿ 625 ਕਰੋੜ ਦੁਨੀਆ ਹੈ, 6 ਅਰਬ ਤੋਂ ਵੱਧ ਦੁਨੀਆ ਹੈ। ਕਿ ਇਹ ਜਿਹੜਾ ਹਿੰਦੁਸਤਾਨ ਦਾ ਵਹਿਮ ਭਰਮ ਹੈ, ਇਹ ਪਾਕਿਸਤਾਨ ਵਿੱਚ ਹੈਗਾ ਜਾਂ ਇਹ ਕਿਸੇ ਹੋਰ ਮੁਲਕ ਵਿੱਚ ਵੀ ਹੈਗਾ? ਔਰ ਤੁਸੀਂ ਹੈਰਾਨ ਹੋਵੋਗੇ, ਆ ਭੂਤ ਪ੍ਰੇਤ ਜਿਹੜੇ ਇੰਡੀਆ ਵਿੱਚ ਨੇ, ਇਹ ਸਾਡੇ ਬੰਦਿਆਂ ਨੂੰ ਕੈਨੇਡਾ ਅਮਰੀਕਾ ਵੀ ਪਹੁੰਚ ਜਾਂਦੇ। ਪਤਾ ਨਹੀਂ ਕਿਹੜਾ ਪਾਸਪੋਰਟ ਇਹਨਾਂ ਕੋਲੇ, ਕਿਹੜੀ ਫਲਾਈਟ ਤੇ ਚੜ੍ਹਦੇ ਨੇ ਇਹ। ਸਾਡੇ ਭਾਈਚਾਰੇ ਦਾ ਕੈਨੇਡਾ ਅਮਰੀਕਾ 'ਚ ਵੀ ਇਹੋ ਹਾਲ ਹੈ। ਉੱਥੇ ਵੀ ਇਹੀ ਸਿੱਧੀ ਸਿਆਪਾ ਹੈ, ਦਰਾਣੀ ਨੇ ਕੁਝ ਕਰਤਾ ਜੀ, ਜਠਾਣੀ ਨੇ ਕੁਝ ਕਰਤਾ ਜੀ। ਇੰਡੀਆ ਗਈ ਸੀ ਜੀ, ਇਹ ਉੱਥੋਂ ਕਰਾ ਲਿਆਈ ਹੈ ਜੀ, ਵੀ ਧਾਗਾ ਤੇ ਲੈ ਆਈ, ਉਹ ਭੂਤ ਪ੍ਰੇਤ ਕਿੱਥੋਂ ਲੈ ਆਈ? ਕਿਹੜਾ ਪੈਕਿੰਗ ਸਿਸਟਮ ਹੈ ਜਿਹਦੇ ਵਿੱਚ ਉਹ ਡੱਬੇ 'ਚ ਬੰਦ ਹੋ ਕੇ ਬਾਹਰ ਚਲੇ ਜਾਂਦਾ? ਸਾਡੀਆਂ ਇਹ ਜਿਹੜੀਆਂ ਗੱਲਾਂ ਨੇ, ਇਹਦੇ ਕੋਈ ਲੌਜਿਕ ਨਹੀਂ ਹੈਗੇ ਸਾਡੇ ਕੋਲ। ਸਿਰਫ ਮੂਰਖਤਾ ਤੋਂ ਇਲਾਵਾ ਇਸ ਨੂੰ ਕੋਈ ਇੱਕ ਵੀ ਸ਼ਬਦ ਵੱਧ ਨਹੀਂ ਦਿੱਤਾ ਜਾ ਸਕਦਾ ਵੀ ਇਹ ਤਾਂ ਸਾਡੀ ਮੂਰਖਤਾ ਹੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚ ਹੀ ਗਵਾਚੇ ਹੋਏ ਹਾਂ। ਸਾਰੀ ਜ਼ਿੰਦਗੀ ਸਾਡੀ ਇੱਦਾਂ ਹੀ ਬਰਬਾਦ ਹੋ ਜਾਂਦੀ ਹੈ। ਹਾਂਜੀ। ਸੁਨ ਸਾਲਸ ਕੀਨੀ ਅਸ਼ਟਾਂਗਾ, ਉਸਤਤ ਭਣਹੀ ਮਨ ਅਨਰਾਗਾ। ਸਾਲਸ ਰਾਏ ਨੇ ਗੁਰੂ ਨਾਨਕ ਦੇ ਪਿਤਾ ਜੀ ਨੂੰ ਅਸ਼ਟਾਂਗ 8 ਅੰਗ ਧਰਤੀ ਤੇ ਲਾ ਕੇ ਮੱਥਾ ਟੇਕਿਆ। ਸਰੀਰ ਦੇ 8 ਅੰਗ ਧਰਤੀ ਨੂੰ ਲੱਗਣੇ ਚਾਹੀਦੇ ਨੇ, ਤਾਂ ਅਸ਼ਟਾਂਗ ਬਣਦੀ ਹੈ। ਉਸਤਤ ਭਨਹੀ ਮਨ ਅਨੁਰਾਗਾ। ਫਿਰ ਗੁਰੂ ਨਾਨਕ ਸਾਹਿਬ ਦੀ ਕੀਰਤੀ ਕੀਤੀ, ਉਸਤਤ ਕੀਤੀ। ਇਹ ਵੀ ਇੱਕ ਨਿਸ਼ਾਨੀ ਜੇ ਕੌਣ ਕਿਹਨੂੰ ਪਿਆਰ ਕਰਦਾ ਹੈ। ਤੁਸੀਂ ਕਈ ਵਾਰੀ ਕਈ ਬੰਦਿਆਂ ਨੂੰ ਤੁਸੀਂ ਵੇਖੋਗੇ, ਆਉਣਗੇ ਨਾ, ਆ ਭਾਜੀ ਮੈਂ ਨਵੀਂ ਗੱਡੀ ਲਈ ਜੀ, ਆਓ ਤੁਹਾਨੂੰ ਇਹਦੇ ਫੀਚਰ ਵਿਖਾਵਾਂ। ਵੀ ਫੀਚਰ ਕਿਉਂ ਵਿਖਾਉਣੇ? ਤੂੰ ਬਿਠਾ ਨਾ ਇਹਨੂੰ, ਕਿਉਂ ਭਾਜੀ ਲੌਂਗ ਡਰਾਈਵ ਤੇ ਚੱਲੀਏ, ਜਾਂ ਮੈਂ ਨਵੀਂ ਗੱਡੀ ਲਈ ਹੈ, ਬੈਠੋ ਗੱਡੀ 'ਚ, ਆਓ ਆਪਾਂ ਉੱਥੇ 5 ਸਟਾਰ ਹੋਟਲ ਚੱਲ ਕੇ ਲੰਚ ਕਰਕੇ ਆਉਂਦੇ ਆ ਨਾ। ਫੀਚਰ ਵਿਖਾਉਣੇ ਨੇ, ਕਿਉਂਕਿ ਉਹ ਗੱਡੀ ਨੂੰ ਪਿਆਰ ਕਰ ਰਿਹਾ ਹੈ। ਉਹ ਸਾਰਾ ਦਿਨ ਉਹਦੀ ਉਸਤਤ ਹੀ ਕਰੀ ਜਾਏਗਾ। ਘੜੀ ਲੈ ਲਈ ਉਹਦੀ ਉਸਤਤ ਕਰੀ ਜਾਏਗਾ, ਕੋਈ ਕੱਪੜਾ ਲੈ ਲਿਆ ਉਹਦੀ ਉਸਤਤ ਕਰੀ ਜਾਏਗਾ, ਕੋਈ ਦੁਕਾਨ ਪਾ ਲਈ ਉਹਦੀ ਉਸਤਤ ਕਰੀ ਜਾਏਗਾ। ਇਹ ਕੀ ਹੈ? ਅਸਲ ਵਿੱਚ ਇਹ ਮਨੁੱਖ ਦੀ ਨੇਚਰ ਹੈ। ਇਹਦਾ ਗੁੱਸਾ ਨਹੀਂ ਕਰਨਾ ਚਾਹੀਦਾ।
ਇਹ ਦੋਸ਼ ਮੇਰੇ ਵਿੱਚ ਵੀ ਹੈ। ਜਦੋਂ ਕੋਈ ਚੀਜ਼ ਮੈਨੂੰ ਪਸੰਦ ਆਏਗੀ ਮੈਂ ਸਾਰਾ ਦਿਨ ਉਹਦੇ ਹੀ ਗੁਣ ਗਾਈ ਜਾਵਾਂਗਾ। ਹੁਣ ਸਾਲਸ ਰਾਏ ਜੌਹਰੀ ਗੁਰੂ ਨਾਨਕ ਦੇ ਗੁਣ ਗਾਉਂਦਾ ਸੀ। ਗੁਰੂ ਦੇ ਗੁਣ ਕਿਉਂ ਨਹੀਂ ਗਾਉਂਦੇ? ਕਿਉਂਕਿ ਗੁਰੂ ਸਾਨੂੰ ਚੰਗਾ ਹੀ ਨਹੀਂ ਲੱਗਦਾ। ਜੇ ਗੁਰੂ ਚੰਗਾ ਲੱਗਦਾ ਹੋਵੇ ਤਾਂ ਅਸੀਂ ਆਪਣੀ ਗੱਡੀ ਦੇ ਮਗਰ ਲਿਖੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਅਸੀਂ ਲਿਖਦੇ ਹਾਂ ਗੁਰੂ ਜੀ, ਕਿਉਂਕਿ ਸਾਨੂੰ ਉਹ ਚੰਗਾ ਲੱਗਦਾ। ਦੇਖੋ, ਜਾਂ ਤੇ ਅਸੀਂ ਕੁਛ ਵੀ ਨਾ ਲਿਖੀਏ ਤੇ ਗੱਲ ਸਮਝ ਆਉਂਦੀ ਹੈ, ਜਾਂ ਤੇ ਆਪਾਂ ਕਿਤੇ ਵੀ ਨਹੀਂ ਜਾਂਦੇ ਉਹ ਵੀ ਮੈਨੂੰ ਗੱਲ ਸਮਝ ਆਉਂਦੀ। ਪਰ ਜੇ ਅਸੀਂ 29 ਥਾਵਾਂ ਤੇ ਜਾ ਕੇ ਮੱਥਾ ਟੇਕਦੇ ਹਾਂ ਤੇ ਫਿਰ ਤੇ ਗੱਲ ਸਮਝ ਆਉਂਦੀ ਹੈ ਨਾ ਵੀ ਇਹ ਸਿਰਫ ਜੇ ਨਹੀਂ ਮੰਨਦਾ ਤੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ। ਬਾਕੀ ਤੇ ਹਰ ਮੜੀ ਮਸਾਣੀ ਨੂੰ ਮੰਨੀ ਤੁਰਿਆ ਆਉਂਦਾ ਬੰਦਾ। ਜਾਂ ਤੇ ਤੁਸੀਂ ਕਿਸੇ ਨੂੰ ਨਾ ਮੰਨੋ ਫਿਰ ਵੀ ਠੀਕ ਹੈ ਵੀ ਚਲੋ ਜੀ ਇਹ ਤੇ ਨਾਸਤਕ ਬੰਦਾ ਹੈ ਜੀ, ਤੇ ਮੰਨਦਾ ਹੀ ਨਹੀਂ ਕਿਸੇ ਨੂੰ। ਪਰ ਜੇ ਗੁਰਦੁਆਰੇ ਨੂੰ ਛੱਡ ਕੇ, ਸਿੱਖ ਰਹਿਤ ਮਰਿਆਦਾ ਨੂੰ ਛੱਡ ਕੇ, ਗੁਰੂ ਨਾਨਕ ਨੂੰ ਛੱਡ ਕੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਜਾਂ ਤੇ ਤੁਸੀਂ ਕੁਝ ਵੀ ਨਾ ਪਾਓ ਫਿਰ ਵੀ ਠੀਕ ਹੈ। ਪਰ ਜੇ ਤੁਸੀਂ ਮੁੰਦਰੀਆਂ ਪਾਈ ਫਿਰਦੇ ਹੋ, ਧਾਗੇ ਬੰਨੀ ਫਿਰਦੇ ਹੋ, ਹਾਂਜੀ, ਤੇ ਫਿਰ ਭਾਈ ਗਾਤਰਾ ਵੀ ਪਾ ਲਓ। ਫਿਰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਮੈਂ ਤਾਂ ਕੁਝ ਨਹੀਂ ਪਾਉਂਦਾ ਜੀ। ਦੇਖੋ ਨਾ, ਇੱਕ ਆਦਮੀ ਹੈ, ਹੁਣ ਜਿਵੇਂ ਮੈਂ ਆ, ਮੈਨੂੰ ਹੁਣ ਵੀ ਕਿਸੇ ਦੇ ਬੱਚੇ ਦਾ ਜਨਮ ਦਿਨ ਸੀ, ਕਹਿੰਦੇ ਗਿਆਨੀ ਜੀ ਤੁਹਾਨੂੰ ਕੀ ਬਣਾ ਕੇ ਦਈਏ? ਮੈਂ ਕਿਹਾ ਜੇ ਮੈਂ ਪਾਉਣਾ ਤੇ ਦੇ ਦਿਓ, ਮੈਂ ਪਾਉਂਦਾ ਹੀ ਨਹੀਂ। ਤੇ ਜੇ ਮੈਂ ਮੁੰਦਰੀ ਪਾਉਂਦਾ ਵਾ ਤਾਂ ਅਗਲਾ ਕਹੇਗਾ ਨਾ ਵੀ ਦੂਜੀ ਉਂਗਲ 'ਚ ਪਾ ਲਓ ਜੀ, ਇੱਕ ਉਹ ਪਾਈ ਇੱਕ ਸਾਡੀ ਪਾ ਲਓ ਜੀ। ਜੇ ਮੈਂ ਚੈਨੀ ਪਾਉਂਦਾ ਵਾ ਅਗਲਾ ਕਹਿਣਗੇ ਚਲੋ ਹੋਰ ਨਹੀਂ ਸਾਡਾ ਲੋਕਟ ਹੀ ਪਾ ਲਓ ਜੀ। ਮੈਂ ਕਿਹਾ ਪਾਉਂਦਾ ਹੀ ਨਹੀਂ ਮੈਂ। ਜੇ ਆਪਾਂ ਨਹੀਂ ਪਾਉਂਦੇ ਤੇ ਗੱਲ ਸਮਝ ਆਉਂਦੀ, ਜੇ ਪਾਉਨੇ ਤੇ ਫਿਰ ਇੱਕ ਹੋਰ ਪਾ ਲਓ। ਜਦੋਂ ਆਪਾਂ ਬਾਕੀ ਕਰਮ ਕਾਂਡ ਕਰਦੇ ਹਾਂ ਤੇ ਆਪਾਂ ਕਿਵੇਂ ਕਹਿੰਦੇ ਆ ਵੀ ਅਸੀਂ ਤਾਂ ਕਿਸੇ ਨੂੰ ਨਹੀਂ ਮੰਨਦੇ ਜੀ? ਇਹਦਾ ਅਰਥ ਹੈ ਵੀ ਇੱਕ ਰੱਬ ਨੂੰ ਹੀ ਛੱਡਿਆ, ਬਾਕੀ ਸਭ ਨੂੰ ਮੰਨੀ ਤੁਰੇ ਆਉਂਦੇ ਆ, ਜਦੋਂ ਕਿ ਇਹੀ ਵਿਅਰਥ ਹੈ। ਭਜ ਰਾਮ ਨਾਮ ਸਭ ਅਰਥਾ। ਜੇ ਜੀਵਨ ਵਿੱਚ ਕੋਈ ਚੀਜ਼ ਮੁਬਾਰਕ ਹੈ ਤੇ ਉਹ ਪਰਮੇਸ਼ਰ ਦੀ ਭਗਤੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਕੁਛ ਕਰਨਾ ਹੀ ਹੈ ਤਾਂ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਗੁਰ ਪੂਰੈ ਹਰ ਨਾਮ ਦਿਰੜਾਇਆ, ਬਿਨ ਨਾਮੈ ਜੀਵਨ ਬਿਰਥਾ। ਬਾਕੀ ਚੀਜ਼ਾਂ ਵਿਅਰਥ ਨੇ। ਕਰਮ ਧਰਮ ਪਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੈ। ਲੱਖਾਂ ਕਰੋੜਾਂ ਕਰਮ ਕਾਂਡਾਂ ਨਾਲੋਂ ਤਾਂ ਭਾਈ ਤੁਸੀਂ ਸਵੇਰੇ ਉੱਠ ਕੇ ਇੱਕ ਜਪਜੀ ਦਾ ਹੀ ਪਾਠ ਕਰ ਲਿਆ ਕਰੋ, 2-4 ਵਾਰੀ ਬੈਠ ਕੇ ਮੂਲ ਮੰਤਰ ਦਾ ਹੀ ਪਾਠ ਕਰ ਲਿਆ ਕਰੋ। ਹੁਣ ਇਸ ਸਾਲਸ ਰਾਏ ਜੌਹਰੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਕੀਤੀ, ਉਸਤਤ ਕੀਤੀ ਹੈ। ਔਰ ਇਹ ਕੀ ਹੈ? ਇਹ ਮਨੁੱਖੀ ਨੇਚਰ ਹੈ। ਜਦੋਂ ਤੁਹਾਨੂੰ ਕੋਈ ਭਾ ਜਾਏਗਾ, ਜਦੋਂ ਤੁਹਾਨੂੰ ਕੋਈ ਚੰਗਾ ਲੱਗੇਗਾ, ਜਦੋਂ ਕੋਈ ਤੁਹਾਡਾ ਆਪਣਾ ਬਣ ਜਾਏਗਾ, ਫਿਰ ਸਾਰਾ ਦਿਨ ਤੁਸੀਂ ਉਹਦੇ ਖਿਆਲਾਂ 'ਚ ਹੀ ਰਹੋਗੇ। ਉਹਦੀ ਤਸਵੀਰ ਤੁਹਾਡੇ ਸਾਹਮਣੇ ਆਏਗੀ, ਘੜੀ ਘੜੀ ਤੁਹਾਡਾ ਉਹਦੇ ਨਾਲ ਗੱਲ ਕਰਨ ਨੂੰ ਮਨ ਕਰੇਗਾ, ਤੁਹਾਡਾ ਮਿਲਣ ਨੂੰ ਵੀ ਉਸ ਨੂੰ ਮਨ ਕਰੇਗਾ। ਇਹ ਨੇਚਰ ਹੈ। ਇਹਦੇ 'ਚ ਮੁੜ ਕੇ ਬਾਕੀ ਤੁਸੀਂ ਕੁਝ ਨਹੀਂ ਕਰਨਾ, ਬਾਕੀ ਆਪਣੇ ਆਪ ਚੱਲ ਪੈਣਾ ਹੈ। ਜਦੋਂ ਤੁਸੀਂ ਪਰਮਾਤਮਾ ਦਾ ਸਿਮਰਨ ਕਰੋਗੇ ਤਾਂ ਕਹਿੰਦੇ ਨਾ ਵੀ ਅੱਜ ਆਪਾਂ ਜਾਪ ਚੱਲਦਾ, ਉਹ ਕੀ ਹੈ? ਉਹ ਕੁਛ ਟਾਈਮ ਤੋਂ ਬਾਅਦ ਫਿਰ ਉਹ ਚੀਜ਼ ਪਰਮਾਤਮਾ ਨੇ ਤੁਹਾਡੇ ਅੰਦਰ ਆਪਣੇ ਆਪ ਹੀ ਉਸ ਨੂੰ ਸਥਾਪਿਤ ਕਰ ਦੇਣਾ ਹੈ। ਹਾਂਜੀ। ਸ਼੍ਰੀ ਨਾਨਕ ਕਰੁਣਾ ਨਿਧ ਸੁਆਮੀ, ਧੀਨ ਲੋਕ ਪਤ ਅੰਤਰ ਜਾਮੀ। ਜਿਹੜੇ ਲੋਕ ਗੱਪਾਂ ਮਾਰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨੇ ਗੱਪ ਕਦੋਂ ਮਾਰ ਦਿੱਤੀ। ਜਿਹੜੇ ਗਾਲਾਂ ਕੱਢਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨੇ ਕਦੋਂ ਗਾਲ ਕੱਢ ਦਿੱਤੀ। ਤੁਸੀਂ ਵੇਖਿਆ ਹੋਣਾ ਕਈ ਬੰਦੇ ਸਟੇਜ ਤੇ ਵੀ ਕੱਢ ਦਿੰਦੇ ਨੇ, ਘਰ 'ਚ ਧੀਆਂ ਭੈਣਾਂ ਬੈਠੀਆਂ ਉੱਥੇ ਵੀ ਕੱਢ ਦੇਣਗੇ। ਤੇ ਜੇ ਕੋਈ ਕਵੇ ਵੀ ਇਹ ਕੀ, ਉਹ ਕਹਿੰਦਾ ਮੇਰੇ ਮੂੰਹ ਤੇ ਚੜੀ ਹੈ। ਜਿਵੇਂ ਮਾੜੀਆਂ ਚੀਜ਼ਾਂ ਮੂੰਹ ਚੜ੍ਹਦੀਆਂ ਨੇ, ਚੰਗੀਆਂ ਵੀ ਚੜ੍ਹਦੀਆਂ ਨੇ, ਇਹ ਮਤ ਸੋਚਣਾ।
ਜੇ ਤੁਹਾਡੇ ਮੂੰਹ ਤੇ ਵਾਹਿਗੁਰੂ ਆ ਗਿਆ ਤੇ ਫਿਰ ਹਰ ਗੱਲ ਦੇ ਨਾਲ ਤੁਹਾਡੇ ਮੂੰਹ ਤੋਂ ਵਾਹਿਗੁਰੂ ਨਿਕਲੇਗਾ। ਇਹ ਨਹੀਂ ਅਰਥ ਕਿ ਚੰਗੀ ਚੀਜ਼ ਆਈ ਤੇ ਉਹ ਤੁਹਾਡੇ ਮੂੰਹ ਤੇ ਨਹੀਂ ਚੜੇਗੀ, ਉਹ ਵੀ ਚੜੇਗੀ। ਇਸੇ ਕਰਕੇ ਜੇ ਦਿਨ ਰਾਤ ਤੁਸੀਂ ਵਾਹਿਗੁਰੂ ਦੀ ਯਾਦ ਵਿੱਚ ਰਹੋਗੇ ਤੇ ਭਾਈ ਫਿਰ ਉਹ ਗੁਰਮੁਖ ਰੋਮ ਰੋਮ ਹਰ ਧਿਆਵੈ, ਤੁਹਾਨੂੰ ਵੀ ਅਵਸਥਾ ਪ੍ਰਾਪਤ ਹੋ ਜਾਏਗੀ। ਜਿਵੇਂ ਗੱਪੀ ਨੂੰ ਗੱਪਾਂ ਦੀ ਹੋ ਗਈ ਹੈ, ਗਾਲਾਂ ਵਾਲਿਆਂ ਨੂੰ ਗਾਲਾਂ ਦੀ ਹੋ ਗਈ ਹੈ, ਲੜਨ ਭਿੜਨ ਵਾਲੇ ਦਾ ਵੇਖਿਆ ਹੀ ਹੈ ਤੁਸੀਂ ਕਿ ਉਹਨੂੰ ਸਮਝ ਹੀ ਨਹੀਂ ਆਉਂਦੀ ਉਹ ਕਦੋਂ ਲੜ ਪੈਂਦਾ ਕਿਸੇ ਨਾਲ। ਉਹ ਕਹਿੰਦਾ ਇਹ ਕੀ ਕੀਤਾ, ਇਹ ਕਹਿੰਦਾ ਯਾਰ ਪਤਾ ਨਹੀਂ ਭਾਜੀ, ਮੈਨੂੰ ਪਤਾ ਹੀ ਨਹੀਂ ਲੱਗਾ। ਇਹ ਚੀਜ਼ਾਂ ਸਾਰੀਆਂ ਇੱਕ ਨੇਚਰ ਦਾ ਪਾਰਟ ਹੈ, ਇਹ ਤੁਹਾਡੇ ਸੁਭਾਅ ਦਾ ਇੱਕ ਹਿੱਸਾ ਹੈ। ਇਸੇ ਨੂੰ ਆ ਕੇ ਗੁਰਦੁਆਰੇ ਤੋਂ ਸਮਝਣ ਦੀ ਲੋੜ ਹੈ। ਇੱਥੇ ਆ ਕੇ ਕਰਨਾ ਕੀ ਹੈ? ਆਵੋ ਭੈਣੇ ਗਲ ਮਿਲੈ ਅੰਕ ਸਹੇਲੜੀਆਂ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਇੱਥੇ ਬਹਿ ਕੇ ਰੱਬ ਦੀਆਂ ਗੱਲਾਂ ਕਰਨੀਆਂ ਸੀ। ਸਾਚੇ ਸਾਹਿਬ ਸਭ ਗੁਣ, ਅਵਗੁਣ ਸਭ ਅਥਾ, ਅਵਗੁਣ ਸਭ ਅਸਾਂ। ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਬਹਿ ਕੇ ਗੱਲ ਤੇ ਕਰਨੀ ਸੀ ਵੀ ਰੱਬ ਕਿਵੇਂ ਮਿਲਦਾ, ਕਿੱਦਾਂ ਮਿਲੇਗਾ, ਗੱਲਾਂ ਤੇ ਕਰਨ ਵਾਲੀਆਂ ਸੀ। ਹਾਂਜੀ। ਸ਼੍ਰੀ ਨਾਨਕ ਕਰੁਣਾ ਨਿਧ ਸੁਆਮੀ, ਤੀਨ ਲੋਕ ਪਤ ਅੰਤਰ ਜਾਮੀ। ਹੇ ਗੁਰੂ ਨਾਨਕ, ਤੁਸੀਂ ਕਿਰਪਾ ਦੇ ਸਮੁੰਦਰ ਹੋ, ਤੁਸੀਂ ਜਗਤ ਦੇ ਮਾਲਕ ਹੋ, ਤੁਸੀਂ ਤਿੰਨਾਂ ਲੋਕਾਂ ਦੇ ਪਤੀ ਹੋ, ਤੁਸੀਂ ਅੰਤਰਜਾਮੀ ਹੋ। ਹਾਂਜੀ। ਸੁਖਦਾਇਕ ਸੇਵਕ ਰਿਪ ਕਾਇਕ, ਮੋਹ ਲਾਛ ਦਰਸ਼ਨ ਤੁਮ ਸਾਇਕ। ਤੁਸੀਂ ਆਪਣੇ ਸੇਵਕਾਂ ਲਈ ਸੁਖ ਦੇਣ ਵਾਲੇ ਹੋ, ਤੁਸੀਂ ਦੁਸ਼ਮਣਾਂ ਦਾ ਘਾਣ ਕਰਨ ਵਾਲੇ, ਦੁਸ਼ਮਣਾਂ ਨੂੰ ਮਾਰਨ ਵਾਲੇ ਹੋ। ਫਿਰ ਮੋਹ ਲੱਛ, ਇਹ ਜਿਹੜਾ ਸਭ ਤੋਂ ਵੱਡਾ ਮੋਹ ਹੈ, ਤੁਸੀਂ ਇਹਦਾ ਨਿਸ਼ਾਨਾ ਸਾਧਨ ਵਾਲੇ ਹੋ। ਤੁਹਾਡੇ ਦਰਸ਼ਨਾਂ ਦਾ ਦਰਸ਼ਨ ਤੁਮ ਸਾਇਕ, ਤੁਹਾਡੇ ਦਰਸ਼ਨ ਇੱਕ ਤੀਰ ਨੇ ਜਿਹੜੇ ਮੋਹ ਨੂੰ ਵਿੰਨ ਦਿੰਦੇ ਨੇ, ਮੋਹ ਨੂੰ ਖਤਮ ਕਰ ਦਿੰਦੇ ਨੇ। ਹਾਂਜੀ। ਮਹਾਰਾਜ ਸੁਰ ਨਾਇਕ ਨਾਇਕ, ਅਹੈ ਅਜੀਤ ਬਸੀ ਇੱਕ ਪਾਇਕ। ਤੁਸੀਂ ਮਹਾਰਾਜ ਹੋ, ਤੁਸੀਂ ਇੰਦਰ ਦੇਵਤੇ ਦੇ ਵੀ ਵੱਡੇ ਦੇਵਤੇ ਹੋ, ਰਾਜਿਆਂ ਦੇ ਰਾਜੇ ਹੋ। ਇੰਦਰਾਣ ਇੰਦਰ ਜਾਪ ਸਾਹਿਬ ਦੇ ਵਿੱਚ ਅਸੀਂ ਕਿੰਨੇ ਵਾਰੀ ਅਕਾਲ ਉਸਤਤ ਦੇ ਵਿੱਚ ਪੜ੍ਹਦੇ ਹਾਂ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਤੂੰ ਸੂਰਜਾਂ ਦਾ ਵੀ ਸੂਰਜ ਹੈ, ਤੂੰ ਚੰਦਰਮਾ ਦਾ ਵੀ ਚੰਦਰਮਾ ਹੈ। ਸਤਿਗੁਰੂ ਦੀ ਬਾਣੀ ਦੇ ਸ਼ਬਦ ਜਿਹੜੇ ਨੇ ਕਿ ਤੁਮ ਹੋ ਸਭ ਰਾਜਨ ਕੇ ਰਾਜਾ, ਸਾਰਿਆਂ ਤੋਂ ਵੱਡੇ ਹੀ ਤੁਸੀਂ ਹੋ। ਹਾਂਜੀ। ਹੁਤੋ ਸੀਸ ਗਜ ਡੇਢਕ ਚੀਰੰਗ, ਤੇ ਛਿਨ ਦੀਨੋ ਗੁਣੀ ਗਹੀ ਰੰਗ। ਤੁਸੀਂ ਸਤਿਗੁਰੂ ਅਜੀਤ ਹੋ, ਤੁਸੀਂ ਜਿੱਤੇ ਨਹੀਂ ਜਾ ਸਕਦੇ। ਬਸੀ ਇੱਕ ਪਾਇਕ, ਤੁਹਾਨੂੰ ਕੋਈ ਜਿੱਤ ਨਹੀਂ ਸਕਦਾ। ਪਰ ਕਮਾਲ ਦੀ ਗੱਲ ਹੈ, ਕੋਈ ਸੇਵਾਦਾਰ ਬਣ ਕੇ, ਸੇਵਕ ਬਣ ਕੇ ਤੁਹਾਨੂੰ ਆਪਣੇ ਵੱਸ ਵਿੱਚ ਕਰ ਸਕਦਾ ਹੈ। ਜੇ ਆਪਾਂ ਫੌਜਾਂ ਲੈ ਕੇ ਜਿੱਤਣ ਜਾਈਏ ਤੇ ਰੱਬ ਨੂੰ ਜਿੱਤਿਆ ਨਹੀਂ ਜਾ ਸਕਦਾ। ਪਰ ਜੇ ਰੱਬ ਨੂੰ ਆਪਣੇ ਵੱਸ ਵਿੱਚ ਕਰਨਾ ਹੋਵੇ ਤੇ ਉਹ ਹੋ ਸਕਦਾ ਹੈ। ਉਹ ਕਿਵੇਂ? ਉਹ ਪ੍ਰੇਮ ਵਸੀ ਹੈ। ਉਹ ਪਰਮਾਤਮਾ ਜਿਹੜਾ ਹੈ, ਤੂੰ ਭਗਤਾ ਕੈ ਵਸ, ਭਗਤਾ ਤਾਣ ਤੇਰਾ। ਰੱਬ ਜਿਹੜਾ ਹੈ ਉਹ ਭਗਤਾਂ ਦੇ ਵਸ ਹੈ। ਉਹ ਪਰਮਾਤਮਾ ਜਿਹੜਾ ਹੈ ਉਹ ਬਸੀ ਇੱਕ ਪਾਇਕ। ਪਰਮਾਤਮਾ ਤੂੰ ਤੇ ਆਪਣੇ ਜਿਹੜੇ ਸੇਵਕ ਨੇ ਤੂੰ ਉਹਨਾਂ ਦੇ ਵਸ ਵਿੱਚ ਹੈ। ਪਰ ਲੱਖਾਂ ਫੌਜਾਂ ਲੈ ਕੇ ਤੈਨੂੰ ਜਿੱਤ ਕੋਈ ਨਹੀਂ ਸਕਦਾ। ਹਾਂਜੀ। ਹੁਤੋ ਸੀਸ ਗਜ ਡੇਢਕ ਚੀਰੰਗ, ਤੇ ਛਿਨ ਦੀਨੋ ਗੁਣੀ ਗਹੀ ਰੰਗ। ਫਿਰ ਸਤਿਗੁਰੂ ਜੀ ਨੇ 1.5 ਗਜ ਦਾ ਇੱਕ ਸਾਫਾ, ਸਰੋਪਾ ਕਹਿ ਦਈਏ ਆਪਾਂ ਨੂੰ, ਇੱਕ ਬਸਤਰ। ਗੁਰੂ ਨਾਨਕ ਦੇ ਪਿਤਾ ਜੀ ਤਰੁੱਠੇ ਨੇ,
ਸਾਲਸ ਰਾਏ ਜੌਹਰੀ ਨੂੰ ਬਖਸ਼ਿਸ਼ ਕੀਤਾ ਹੈ। ਹਾਂਜੀ, ਸਾਲਸ ਬਾਂਧਿਓ ਸੀਸ ਪਰ, ਸ਼ੀਗਰ ਖੁੱਲੇ ਕਪਾਟ। ਸਾਲਸ ਰਾਏ ਜੌਹਰੀ ਨੇ ਉਹ ਬਸਤਰ ਲੈ ਕੇ ਆਪਣੇ ਸਿਰ ਤੇ ਸਜਾ ਲਿਆ। ਬਸ ਉਹ ਸਿਰੋਂ ਪਾਉ ਦੀ ਐਸੀ ਕਿਰਪਾ ਹੋਈ ਕਿ ਕਪਾਟ ਖੁੱਲ ਗਏ। ਤਿੰਨਾਂ ਲੋਕਾਂ ਦੀ ਸੋਝੀ ਹੋ ਗਈ ਉਸ ਨੂੰ। ਹਾਂਜੀ, ਗਿਆਨਾਨੰਦ ਪੂਰਨ ਪਇਓ, ਠਟਿਓ ਔਰ ਹੀ ਬਾਟ। ਜੀਵਨ ਦੇ ਵਿੱਚ ਗਿਆਨ ਆ ਗਿਆ, ਆਨੰਦ ਆ ਗਿਆ, ਜੀਵਨ ਪੂਰਨ ਹੋ ਗਿਆ ਤੇ ਹੁਣ ਠਟਿਓ ਔਰ ਹੀ ਠਾਠ। ਹੁਣ ਸ਼ਾਹੂਕਾਰਾਂ ਵਾਲੀ ਨਹੀਂ, ਹੁਣ ਤੇ ਕਿਹੜੇ ਬਾਦਸ਼ਾਹ ਉਹਦੀ ਅੱਖਾਂ ਦੇ ਸਾਹਮਣੇ ਨੇ। ਉਹ ਕਿਸੇ ਹੋਰ ਆਨੰਦ ਵਿੱਚ, ਕਿਸੇ ਹੋਰ ਠਾਠ ਦੇ ਵਿੱਚ ਉਹ ਤਾਂ ਸਮਾਧੀ ਲਾ ਕੇ ਚੌਕੜੀ ਮਾਰ ਕੇ ਬਹਿ ਗਿਆ। ਹਾਂਜੀ, ਭਾ ਨਿਹਾਲ ਤਤਕਾਲ, ਸ਼੍ਰੀ ਗੁਰੂ ਨਾਨਕ ਮਇਆ ਤੇ। ਗੁਰੂ ਨਾਨਕ ਦੀ ਕਿਰਪਾ ਨਾਲ ਨਿਹਾਲ ਹੋ ਗਿਆ। ਗੁਰੂ ਨਾਨਕ ਦੀ ਕਿਰਪਾ ਸਦਕਾ ਬਖਸ਼ਿਆ ਗਿਆ, ਨਵਾਜਿਆ ਗਿਆ। ਹਾਂਜੀ, ਉਮਗਿਓ ਪ੍ਰੇਮ ਵਿਸਾਲ, ਉਸਤਤ ਉਚਰਤ ਸ਼ਬਦ ਕਰ। ਉਮਗਿਓ ਪ੍ਰੇਮ ਬਸਾਲ, ਉਹਦੇ ਅੰਦਰ ਇੱਕ ਪ੍ਰੇਮ ਦਾ ਉਮਾ ਪੈਦਾ ਹੋਇਆ, ਇੱਕ ਉਛਾਲਾ ਆਇਆ ਤੇ ਉਸਤਤ ਉਚਰਤ ਸ਼ਬਦ ਕਰ। ਫਿਰ ਸਤਿਗੁਰੂ ਦੀ ਵਡਿਆਈ ਕੀਤੀ। ਹਾਂਜੀ, ਪੂਰੇ ਸਤਿਗੁਰ ਨਾਮ ਕਾ, ਦੀਨੋ ਖੋਲਕ ਪਾਟ। ਇਕ ਜੋ ਵਣਜ ਵਣੰਜਿਆ, ਬਹੁਰ ਨ ਆਵੇ ਕਾਟ। ਸਤਿਗੁਰ ਨਾਨਕ ਪੂਰਾ ਬਚਨ ਕਾ ਸੂਰਾ, ਆਗਮ ਨਿਗਮ ਦਿਖਾਵਤਾ, ਖੋਲੈ ਨੇਤਰ ਆਨੰਦ। ਜਗਤ ਵਣਜਾਰਾ ਸਗਲ ਹੈ, ਸ਼ਾਹ ਏਕ ਭਗਵੰਤ। ਵਣਜ ਹਮਾਰਾ ਸਤਿਗੁਰੂ, ਪੂੰਜੀ ਹਮਰੀ ਨਾਮ। आठ पहर धुन लाग है, सोई हमारे काम। सालस बिनवै बेनती, तू सुनिए करतार। कच्चा रंग उतार के, चाड़े रंग अपार। इत्थे ये जिहड़ा शब्द है एक काव है, गुरबाणी नहीं है। ਇਹ ਸਾਲਸ ਰਾਏ ਜੌਹਰੀ ਵੱਲੋਂ ਕੀਤੀ ਹੋਈ ਉਸਤਤ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੀ ਕਿ ਸਾਲਸ ਬਿਨਵੈ ਬੇਨਤੀ। ਸਾਲਸ ਕਵੀ ਹੈ, ਸਾਲਸ ਰਾਏ ਜੌਹਰੀ। ਤੂੰ ਸੁਣੀਏ ਕਰਤਾਰ, हे ਨਾਨਕ ਤੂੰ ਮੇਰਾ ਰੱਬ ਹੈ, ਮੇਰੀ ਬੇਨਤੀ ਸੁਣ। ਕੱਚਾ ਰੰਗ ਉਤਾਰ ਕੇ ਚਾੜਿਓ ਰੰਗ ਅਪਾਰ। ਮੇਰੇ ਤੇ ਜਿਹੜਾ ਕੱਚਾ ਰੰਗ ਸੀ ਉਹ ਤੂੰ ਉਤਾਰ ਦਿੱਤਾ ਤੇ ਪੱਕੇ ਰੰਗ ਦੇ ਵਿੱਚ ਤੂੰ ਮੈਨੂੰ ਰੰਗ ਦਿੱਤਾ। ਪੂਰੇ ਸਤਿਗੁਰ ਨਾਮ ਕਾ ਦੀਨੋ ਖੋਲ ਕਪਾਟ। ਤੂੰ ਮੇਰੇ ਕਪਾਟ ਖੋਲ ਦਿੱਤੇ ਨੇ, ਤੂੰ ਮੈਨੂੰ ਨਾਮ ਦਾ ਖਜ਼ਾਨਾ ਦੇ ਦਿੱਤਾ। ਸਤਿਗੁਰ ਨਾਨਕ ਪੂਰਾ ਬਚਨ ਕਾ ਸੂਰਾ। ਤੁਸੀਂ ਪੂਰੇ ਹੋ ਔਰ ਤੁਹਾਡੇ ਬਚਨਾਂ ਦੇ ਵਿੱਚ ਸ਼ਕਤੀ ਹੈ, ਸਮਰੱਥਾ ਹੈ। ਬਚਨਾਂ ਵਿੱਚ ਹੀ ਇੰਨੀ ਤਾਕਤ ਸੀ ਗੁਰੂ ਨਾਨਕ ਸਾਹਿਬ ਦੇ, ਇਸੇ ਕਰਕੇ ਉਹਨਾਂ ਨੂੰ ਕਦੇ ਕਿਸੇ ਦੁਨਿਆਵੀ ਸ਼ਕਤੀ ਦੀ ਵਰਤੋਂ ਨਹੀਂ ਕਰਨੀ ਪਈ। ਹਾਂਜੀ, ਸ਼੍ਰੀ ਗੁਰ ਖੁਸ਼ੀ ਅਦਕ ਤਬ ਕੀਨੀ, ਹਵੈ ਪਰਸੰਨ ਮੰਜੀ ਤਹਿ ਦੀਨੀ। ਗੁਰੂ ਨਾਨਕ ਸਾਹਿਬ ਮਹਾਰਾਜ ਤਰੁੱਠੇ, ਸਾਲਸ ਰਾਏ ਜੌਹਰੀ ਨੂੰ ਮੰਜੀ ਬਖਸ਼ੀ, ਸਿੱਖ ਪ੍ਰਚਾਰਕ ਬਣਾਇਆ, ਉਹਨੂੰ ਇੱਕ ਮਸਨਦ ਦਿੱਤਾ, ਗੱਦੀ ਦੇ ਦਿੱਤੀ ਕਿ ਤੂੰ ਇੱਥੇ ਬੈਠਣਾ ਹੈ, ਤੂੰ ਇੱਥੇ ਬੈਠ ਕੇ ਸਭ ਨੂੰ ਕਹਿਣਾ ਹੈ ਕਿ ਭਾਈ ਬੋਲੋ ਸੱਚ ਨਾਮ ਕਰਤਾਰ। ਰੱਬ ਦੀ ਉਸਤਤ ਕਰਨੀ ਹੈ, ਕਰਮ ਕਾਂਡਾਂ ਵਿੱਚ ਨਹੀਂ ਪੈਣਾ, ਸੰਗਤ ਕਰਨੀ ਹੈ, ਕਿਰਤ ਕਰਨੀ ਹੈ, ਨਾਮ ਜਪਣਾ ਹੈ। ਧਰਮ ਦੇ ਤਿੰਨ ਹੀ ਪਹਿਲੂ ਨੇ। ਸ਼ਾਇਦ ਸਾਨੂੰ ਭੁਲੇਖਾ ਹੈ ਵੀ ਅਸੀਂ ਰੱਬ ਨੂੰ ਮੰਨਦੇ ਜੀ, ਹੋਰ ਤਾਂ ਰੱਬ ਨੂੰ ਮੰਨਦਾ ਹੀ ਕੋਈ ਨਹੀਂ ਹੈ। ਕਿਉਂ ਨਹੀਂ ਮੰਨਦਾ ਭਾਈ?
ਕਦੇ ਅਮਰੀਕਾ ਦੀ ਕਰੰਸੀ ਚੁੱਕ ਕੇ ਵੇਖਿਓ, ਡਾਲਰ ਦੇ ਉੱਤੇ ਵੇਖਿਓ ਕੀ ਲਿਖਿਆ ਹੈ। ਉਹ ਕਹਿੰਦੇ ਅਸੀਂ ਰੱਬ ਤੇ ਵਿਸ਼ਵਾਸ ਕਰਦੇ ਹਾਂ। ਅਗਰ ਮੈਂ ਇਹ ਗੱਲ ਕਹਾਂ ਵੀ ਇੰਡੀਆ ਵਾਲੇ ਰੱਬ ਤੇ ਵਿਸ਼ਵਾਸ ਨਹੀਂ ਕਰਦੇ ਤੇ ਸ਼ਾਇਦ ਇਹ ਗੱਲ ਜ਼ਿਆਦਾ ਸੱਚੀ ਹੋਏਗੀ, ਕਿਉਂਕਿ ਸਾਨੂੰ ਵਿਸ਼ਵਾਸ ਜਿਹੜਾ ਹੈ ਉਹ ਕਰਮ ਕਾਂਡਾਂ ਤੇ ਹੈ, ਧਾਗੇ ਤਵੀਤਾਂ ਤੇ ਹੈ। ਰੱਬ ਤੇ ਵਿਸ਼ਵਾਸ ਥੋੜ੍ਹਾ ਹੈ। ਰੱਬ ਤੇ ਵਿਸ਼ਵਾਸ ਸੀ ਭਗਤ ਧਰੂ ਨੂੰ, ਭਗਤ ਪ੍ਰਹਿਲਾਦ ਨੂੰ, ਭਗਤ ਨਾਮਦੇਵ ਨੂੰ, ਭਗਤ ਕਬੀਰ ਨੂੰ। ਰੱਬ ਤੇ ਵਿਸ਼ਵਾਸ ਸੀ ਗੁਰੂ ਨਾਨਕ ਸਾਹਿਬ ਨੂੰ। ਪੁੱਛਦੇ ਨੇ ਮਰਦਾਨਾ ਪੁੱਛਦਾ, ਬਾਬਾ ਕਿੱਥੇ ਜਾਣਾ ਹੈ? ਕਹਿੰਦੇ ਜਿੱਥੇ ਕਰਤਾਰ ਲੈ ਜਾਏਗਾ। ਵਿਸ਼ਵਾਸ ਹੈ ਗੁਰੂ ਅਰਜਨ ਸਾਹਿਬ ਨੂੰ ਕਿ ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਤੇ ਆਇਆ। ਹਾਂਜੀ। ਸਕਲੇ ਪੁਰਖ ਪੂਜ ਬਣਾਇਓ, ਬਹੁਰ ਬਦਨ ਤੇ ਬਚਨ ਅਲਾਇਓ। ਸਾਰੀ ਪਟਨੇ ਦੀ ਨਗਰੀ ਨੇ ਸਾਲਸਰਾਏ ਜੌਹਰੀ ਨੂੰ ਮੱਥਾ ਟੇਕਿਆ। ਗੁਰੂ ਸਾਹਿਬ ਨੇ ਇਹ ਬਚਨ ਸਾਲਸਰਾਏ ਜੌਹਰੀ ਦੇ ਪ੍ਰਤੀ ਉਚਾਰੇ ਨੇ। ਹਾਂਜੀ। ਜਬ ਲੋ ਜੀਵੋ ਰਹੇ ਤੁਮਾਰੇ, ਪਾਛੇ ਸੰਤਤ ਕੋ ਨਾ ਬਸਾਰੇ। ਸਤਿਗੁਰੂ ਕਹਿਣ ਲੱਗੇ ਸਾਲਸਰਾਏ, ਇਹ ਮੰਜੀ ਜਿੰਨਾ ਚਿਰ ਤੂੰ ਜਿਉਂਦਾ ਹੈ ਤੇਰੇ ਕੋਲ ਹੈ, ਤੂੰ ਬੈਠੇਂਗਾ। ਪਰ ਐਸਾ ਨਾ ਹੋਵੇ ਕਿ ਤੂੰ ਮਰਨ ਲੱਗਿਆ ਕਵੇ ਜੀ ਮੇਰੇ ਵੱਡੇ ਮੁੰਡੇ ਨੂੰ ਦੇ ਦਿਓ, ਵੱਡੇ ਨੂੰ ਨਹੀਂ ਦੇਣੀ ਤੇ ਛੋਟੇ ਨੂੰ ਦੇ ਦਿਓ। ਸਾਡਾ ਤੇ ਕੰਮ ਹੀ ਇਹ ਹੈ ਨਾ ਵੀ ਜਾਂ ਆਪਣਾ ਜਾਂ ਆਪਣਿਆਂ ਦਾ। ਆਪਣੇ ਤੇ ਆਪਣਿਆਂ ਤੋਂ ਪਰੇ ਸਾਡੀ ਦੁਨੀਆ ਖਤਮ ਹੈ। ਅਸੀਂ ਛੋਟੇ ਉਦੋਂ ਹੋ ਗਏ ਜਿਹੜੀ ਸਾਡੀ ਸਰਬੱਤ ਦੇ ਭਲੇ ਦੀ ਅਰਦਾਸ ਹੈ ਨਾ, ਇਹ ਵੀ ਆਪਣੇ ਤੱਕ ਤੇ ਆਪਣਿਆਂ ਤੱਕ ਹੈ। ਕਿਉਂਕਿ ਜੇ ਸਾਨੂੰ ਪਤਾ ਲੱਗੇ ਕਿਸੇ ਹੋਰ ਦਾ ਭਲਾ ਹੋ ਗਿਆ, ਸਾਡੇ ਸਿਰ 'ਚ ਤੇ ਗੜੇ ਪੈ ਜਾਂਦੇ ਨੇ ਵੀ ਇਹ ਕਿਸੇ ਦਾ ਭਲਾ ਕਿਵੇਂ ਹੋ ਗਿਆ ਭਾਈ। ਅਸੀਂ ਸੋਚਦੇ ਵੀ ਰੱਬ ਆਪਣਾ ਹੈ ਤੇ ਆਪਣਿਆਂ ਦਾ ਹੈ। ਆਪਣਿਆਂ ਤੋਂ ਪਰੇ ਰੱਬ ਹੈ ਹੀ ਨਹੀਂ ਕਿਸੇ ਦਾ। ਦੂਜੇ ਦਾ ਕੰਮ ਕਿਵੇਂ ਹੋ ਸਕਦਾ, ਤੀਜੇ ਦਾ ਕਿਵੇਂ ਹੋ ਸਕਦਾ, ਚੌਥੇ ਦਾ ਕਿਵੇਂ ਹੋ ਸਕਦਾ? ਰੱਬ ਸਾਰਿਆਂ ਦਾ ਹੈ ਭਾਈ। तो गुरु नानक साहब कहन लगे सालसराए पाछे संतत को ना बिसारे। वेख ये गलती ना करी कि मरन लगा कवे जी मेरे पुत्र नूं बिठा दिओ जी, मेरे परिवार नूं बिठा दिओ। नहीं, ये मंजी जिन्ना चिर तू जिउंदा है उन्ना चिर तेरे कोल है। इस मंजी दा तू हकदार है। हाँ जी। पुन मंजी पर बैसे दासा, दीजै नहीं आन के पासा। फिर ये भी नहीं भी तू किसी होर नूं दे देवे। इस मंजी दे ऊपर तेरा सेवक बैठेगा, अधरिड़का बैठेगा। तेरे तो बाद गद्दीदार तेरा सेवक होएगा, अधरिड़का। हाँ जी। पूरब हम मंजी इस दीनी, तुझ ते पूरब शरण गहेनी। सतगुरु महाराज कहन लगे असल विच पूरब हम मंजी इस देनी। सतगुरु कहते भी चाहिदा तो यह सीगा कि मंजी पहले ही असीं इहनूं दे देंदे, क्योंकि तेरे तो पहला मत्था इहने टेकिया, इहने मत्था सानू टेकिया, तू मत्था इहनूं टेकिया। तो चाहिदा तो यह सी भी मंजी असीं तेरे सेवक नूं देंदे, अधरिड़के नूं देंदे। हाँ जी। हो तो संसार सूत एह दासा, जां ते तव सत्कार रखासा। ये मर्यादा इहो ही है। मर्यादा की है? पहला आओ पहला पाओ। अज भी तुसी दुनिया च किते भी चले जाओगे, वो कहणगे जी तुसी आए हो टोकन ले लो, जो तुहाडी वारी आई तुसी आ जाओ, जो तुहाडी टर्न आएगी तुसी आ जाओ, जो तुहाडा नंबर आएगा तुसी आ जाओ। मर्यादा तो यही कहती है। सतगुरु पिता महाराज कहन लगे हो तो संसार सूत ए दासा, जाते तब सत्कार रखासा। पर नहीं सालसराए, ये नौकर सी तू मालिक सी। असी तेरी इज्जत भी रखी है, इस करके पहला इस मंजी ते तेनों बिठा देता है, मगरों ये बह जाएगा। हाँ जी।
ਪੁਨ ਲਗ ਤੁਮਰੀ ਬੈਸ ਹੈ ਸਪਤ ਮਾਸ ਜੁਗ ਸਾਲ। ਦੂਜੀ ਗੱਲ ਸਤਿਗੁਰੂ ਕਹਿਣ ਲੱਗੇ, ਅਸਲ ਵਿੱਚ ਸਾਲਸ ਰਾਏ ਤੇਰੀ ਉਮਰ ਬੜੀ ਛੋਟੀ ਹੈ। ਅਧਰਿੜਕੇ ਦੀ ਉਮਰ ਅਜੇ ਬਹੁਤ ਲੰਬੀ ਹੈ, ਇਸ ਕਰਕੇ ਵੀ ਗੱਦੀ ਪਹਿਲਾਂ ਤੈਨੂੰ ਦੇ ਦਿੱਤੀ ਹੈ। ਤੁਮਰੀ ਬੈਸ ਹੈ ਸਪਤ ਮਾਸ ਜੁਗ ਸਾਲ। ਜੁਗ ਕਹਿੰਦੇ ਨੇ 2 ਨੂੰ, ਸਾਲ ਕਹਿੰਦੇ ਨੇ ਸਾਲ ਨੂੰ। ਤੇਰੀ ਉਮਰ ਹੈ 2 ਸਾਲ ਤੇ 7 ਮਹੀਨੇ, ਭਾਵ ਉਸ ਤੋਂ ਬਾਅਦ ਤੇਰਾ ਦੇਹਾਂਤ ਹੋ ਜਾਣਾ ਹੈ। ਇਸ ਕਰਕੇ ਹਾਂਜੀ, ਰਿਦਾ ਸੰਤ ਹੈ ਦਾਸ ਕੋ ਮਤ ਸਰਹੀਨ ਵਿਸਾਲ। ਰਹੀ ਗੱਲ ਤੇਰੇ ਨੌਕਰ ਦੀ ਅਧਰਿੜਕੇ ਦੀ, ਕਹਿੰਦੇ ਉਹ ਤੇ ਹੈ ਹੀ ਸੰਤ ਹੈ। ਸੰਤ ਕੌਣ ਹੈ? ਜਿਹਨੂੰ ਕਿਸੇ ਨਾਲ ਕੋਈ ਈਰਖਾ ਨਹੀਂ। ਦੇਖੋ, ਇਹ ਬੜੀ ਇੱਕ ਡੇਂਜਰਸ ਕਿਸਮ ਦੀ ਇੱਕ ਡੈਫੀਨੇਸ਼ਨ ਹੈ। ਤੁਸੀਂ ਉੱਦਾਂ ਹੀ ਕਹੀ ਜੋ ਇਹ ਜੀ ਸੰਤ ਮਹਾਂਪੁਰਖ ਨੇ ਜੀ, ਪੁੱਛੋ ਵੀ ਕਿਸੇ ਨਾਲ ਈਰਖਾ ਤਾਂ ਨਹੀਂ ਕਰਦੇ, ਕਿਸੇ ਦੇ ਕੰਪੀਟੀਟਰ ਤਾਂ ਨਹੀਂ ਹੈਗੇ, ਕਿਸੇ ਨਾਲ ਵੈਰ ਵਿਰੋਧ ਤੇ ਨਹੀਂ ਰੱਖਦੇ। ਤੇ ਜਦੋਂ 15 ਮਗਰ ਬਾਡੀਗਾਰਡ ਤੁਰੇ ਆਉਂਦੇ ਹੋਏ ਤੇ ਪੁੱਛਣ ਦੀ ਕੀ ਲੋੜ ਹੈ? ਦੇਖੋ, ਬਾਡੀਗਾਰਡ ਕਿਹਨੂੰ ਚਾਹੀਦੇ ਨੇ? ਜਿਹਦਾ ਕਿਸੇ ਨਾਲ ਵੈਰ ਵਿਰੋਧ ਹੈ। ਜਿਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ, ਉਹਨੂੰ ਲੋੜ ਕੀ ਹੈ? ਜਦੋਂ ਅਮਰੀਕਾ ਦਾ ਰਾਸ਼ਟਰਪਤੀ ਆਇਆ, ਤੁਸੀਂ ਵੇਖੀ ਕੀ ਸਿਕਿਉਰਿਟੀ ਸੀ ਇੰਡੀਆ 'ਚ। ਕੈਨੇਡਾ ਦਾ ਰਾਸ਼ਟਰਪਤੀ ਵੀ ਆਇਆ ਸੀ, ਕੁਛ ਵੀ ਨਹੀਂ ਸੀਗਾ। ਉਹ ਪ੍ਰਸ਼ਾਦੇ ਪਕਾ ਰਿਹਾ ਗੁਰੂ ਰਾਮਦਾਸ ਦੇ ਘਰ ਬੈਠਾ। ਤੁਸੀਂ ਬਾਹਰ ਜਾਓਗੇ ਇਕੱਲਾ ਹੀ ਤੁਰਿਆ ਆਉਂਦਾ ਹੋਏਗਾ, ਕਿਉਂਕਿ ਕੈਨੇਡਾ ਦੀ ਕਿਸੇ ਵੀ ਬਹੁਤੇ ਮੁਲਕਾਂ ਵਿੱਚ ਕਦੇ ਕਿਸੇ ਨਾਲ ਦੁਸ਼ਮਣੀ ਹੈ ਨਹੀਂ। ਇੰਗਲੈਂਡ ਦੇ ਗੋਰਿਆਂ ਦੀਆਂ ਦੁਸ਼ਮਣੀਆਂ ਹੈਗੀਆਂ ਨੇ, ਕੈਨੇਡਾ ਦੀ ਦੁਸ਼ਮਣੀ ਬਹੁਤੀ ਨਹੀਂ ਹੈ। ਤੇ ਅਮਰੀਕਾ ਦੀ ਤੇ ਮਤਲਬ ਹੈ ਹੀ ਦੁਸ਼ਮਣੀ, ਬਾਕੀ ਹੈ ਹੀ ਕੁਝ ਨਹੀਂ ਹੈ। ਇਸੇ ਕਰਕੇ ਉਹਨਾਂ ਦੀ ਸਿਕਿਉਰਿਟੀ ਵੀ ਬਹੁਤੀ ਵੱਡੀ ਹੈ। ਸੰਤ ਦੀ ਨਿਸ਼ਾਨੀ ਇਹ ਹੈ ਕਿ ਜਿਹਦੇ ਅੰਦਰ ਵੈਰ ਵਿਰੋਧ ਨਹੀਂ ਹੈ। ਤੇ ਜਿਹੜੇ ਵੈਰ ਵਿਰੋਧ ਲੈ ਕੇ ਤੁਰੇ, ਉਹ ਵੀ ਕਹੀ ਜਾਂਦੇ ਅਸੀਂ ਸੰਤ ਆ। ਤੇ ਫਿਰ ਇਸ ਤੋਂ ਮਾੜੀ ਤੇ ਹੋਰ ਕੋਈ ਪਹਿਚਾਣ ਤਾਂ ਹੋ ਨਹੀਂ ਸਕਦੀ ਭਾਈ। ਸੰਤ 3 ਅੱਖਰਾਂ ਤੋਂ ਬਣਦਾ ਹੈ, ਸੱਸੇ ਤੋਂ, ਨੰਨੇ ਤੋਂ, ਤੱਤੇ ਤੋਂ। ਜਿਹੜੀ ਉੱਤੇ ਟਿੱਪੀ ਹੈ ਨਾ ਸੱਸੇ ਦੇ, ਉਹ ਨੰਨੇ ਦੀ ਆਵਾਜ਼ ਕਰਦੀ ਹੈ। ਔਰ ਤਿੰਨੋਂ ਅੱਖਰ ਜਿਹੜੇ ਨੇ ਉਹਦੇ ਅਰਥ ਪ੍ਰਗਟ ਕਰਦੇ ਨੇ। ਸੱਸਾ ਸਿਮਰਨ ਹੈ, ਨੰਨਾ ਨਿਮਰਤਾ ਹੈ, ਤੱਤਾ ਤਿਆਗ ਹੈ। ਹੁਣ ਜਿਹਨੇ ਤਿਆਗ ਹੀ ਕਰਤਾ, ਉਹਦੇ ਨਾਲ ਕਿਸੇ ਨੇ ਵੈਰ ਵਿਰੋਧ ਕੀ ਕਰਨਾ? ਕਾਹਦਾ ਵੈਰ ਹੈ? ਮੈਂ ਆਇਆ, ਉਹ ਤੂੰ ਇੱਥੇ ਬੈਠਾ ਹੈ, ਕਹਿੰਦਾ ਲਓ ਜੀ ਤੁਸੀਂ ਬੈਠੋ। ਮੈਂ ਤੇ ਬੈਠਾ ਹੀ ਇਸ ਕਰਕੇ ਸੀ ਵੀ ਤੁਸੀਂ ਆਉਣਾ। ਪੈ ਗਿਆ ਨਾ 100 ਘੜਾ ਪਾਣੀ ਦਾ ਸਿਰ 'ਚ। ਹਾਲਾਂਕਿ ਬੈਠਾ ਆਪਣੀ ਮਰਜ਼ੀ ਨਾਲ ਸੀ। ਉਹਨੇ ਜਦੋਂ ਵੇਖਿਆ ਵੀ ਆ ਕੇ ਮੇਰੇ ਗਲ ਪਊਗਾ, ਉਹ ਕਹਿੰਦਾ ਨਹੀਂ ਜੀ ਨਹੀਂ, ਮੈਂ ਤੇ ਬੈਠਾ ਹੀ ਤੁਹਾਡੀ ਥਾਂ ਤੁਹਾਡੇ ਕਰਕੇ ਸੀ ਵੀ ਤੁਸੀਂ ਆਉਣਾ, ਤੇ ਮੈਂ ਤਾਂ ਥਾਂ ਰੋਕੀ ਸੀ ਤੁਹਾਡੇ ਵਾਸਤੇ। ਹੁਣ ਉਹਦੇ ਨਾਲ ਕੌਣ ਵੈਰ ਵਿਰੋਧ ਕਰੇਗਾ ਜੀ? ਉਹਦੇ ਨਾਲ ਕੋਈ ਵੈਰ ਵਿਰੋਧ ਨਹੀਂ ਕਰੇਗਾ। ਸਤਿਗੁਰੂ ਕਹਿਣ ਲੱਗੇ, ਇਸ ਕਰਕੇ ਮੰਜੀ ਪਹਿਲਾਂ ਤੈਨੂੰ ਦੇ ਦਿੱਤੀ ਹੈ ਕਿਉਂਕਿ ਅਧਰਿੜਕੇ ਦੇ ਮਨ ਵਿੱਚ ਕੋਈ ਵੈਰ, ਕੋਈ ਵਿਰੋਧ ਨਹੀਂ। ਉਹ ਤਾਂ ਸੰਤ ਹੈ। ਰਿਦਾ ਸੰਤ ਹੈ ਦਾਸ ਕੋ ਮਤਸਰ ਹੀਨ ਵਿਸਾਲ। ਇਹਦੇ ਵਿੱਚ ਮਤਸਰ ਨਹੀਂ ਹੈ, ਸਾੜਾ ਨਹੀਂ ਹੈ। ਹਾਂਜੀ। ਸ਼੍ਰੀ ਅੰਗਦ ਸੁਣੀਏ ਗਤ ਦੈਨਾ ਮੁਝ ਸੋ ਕਹਿਤ ਭਏ ਪੁਨ ਬੈਨਾ। हे ਗੁਰੂ ਅੰਗਦ ਸਾਹਿਬ ਸੁਣੋ। ਫਿਰ ਗੁਰੂ ਨਾਨਕ ਸਾਹਿਬ ਪਿਤਾ ਨੇ ਮੈਨੂੰ ਕੀ ਕਿਹਾ? ਇਹ ਜ਼ਰੂਰ ਧਿਆਨ 'ਚ ਰੱਖਣਾ ਕਿ ਇਹ ਕਥਾ ਜਿਹੜੀ ਆਪਾਂ ਇੱਥੇ ਬੈਠ ਕੇ ਸੁਣ ਰਹੇ ਹਾਂ, ਇੱਕ ਵੇਲਾ ਸੀ ਇਹ ਕਥਾ ਗੁਰੂ ਅੰਗਦ ਸਾਹਿਬ ਨੇ ਖੁਦ ਖਡੂਰ ਸਾਹਿਬ ਬੈਠ ਕੇ ਸੁਣੀ ਸੀ। ਚਾਹੋ ਸੀ ਮਨ ਵਿੱਚ ਕੋਈ ਮੈਨੂੰ ਮੇਰੇ ਗੁਰੂ ਦੀ ਕਥਾ ਸੁਣਾਵੇ ਭਾਈ। ਗੁਰੂ ਦੀ ਕਥਾ ਸੁਣਾਂਗੇ। ਇਹ ਹਰ ਕੀਆਂ ਕਥਾ ਕਹਾਣੀਆਂ ਸਾਨੂੰ ਰੱਬ ਨਾਲ ਜੋੜਨਗੀਆਂ। ਅਸੀਂ ਸੁਣਦੇ ਹਾਂ ਕਾਂ ਚਿੜੀ ਦੀ, ਫਿਰ ਬੇਤਾਲ ਦੀਆਂ ਕਹਾਣੀਆਂ ਸੁਣਦੇ ਹਾਂ ਅਸੀਂ,
ਸਾਡਾ ਲਿਟਰੇਚਰ ਵੀ ਤੇ ਇਦਾਂ ਦਾ ਹੀ ਹੈ ਨਾ, ਸਾਡਾ ਸਾਹਿਤ ਵੀ ਤੇ ਇਦਾਂ ਦਾ ਹੀ ਹੈ ਨਾ, ਸਾਡੇ ਸ਼ੌਕ ਵੀ ਤੇ ਇਦਾਂ ਦੇ ਹੀ ਹੈ ਨਾ। ਅਸੀਂ ਝੂਠੀਆਂ ਕਹਾਣੀਆਂ ਸੁਣਦੇ ਆ, ਪਰ ਗੁਰੂਆਂ ਦਾ ਇਤਿਹਾਸ ਕੀ ਹੈ? ਇਹ ਤਾਂ ਸਾਖਸ਼ਾਤ ਸਾਡੇ ਸਾਹਮਣੇ ਹੋਇਆ ਬੀਤਿਆ ਭਾਈ। ਸਾਨੂੰ ਹੁਕਮ ਹੀ ਇਹ ਸੀਗਾ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ। ਹਾਂਜੀ। ਮਰਦਾਨੇ ਕੋ ਸ਼ੁਦਾ ਸਤਾਵੇ, ਦੇਹੋ ਆਹਾਰ ਖਾਏ ਤ੍ਰਿਪਤਾਵੇ। ਸਤਿਗੁਰੂ ਕਹਿਣ ਲੱਗੇ ਵੀ ਮਰਦਾਨੇ ਨੂੰ ਪਹਿਲਾਂ ਭੋਜਨ ਦੇ, ਇਹ ਭੁੱਖ ਹੈ, ਇਹਨੂੰ ਬੜੀ ਭੁੱਖ ਲੱਗੀ ਹੈ, ਪਹਿਲਾਂ ਇਹਦੀ ਭੁੱਖ ਮਿਟਾਓ ਭਾਈ। ਹਾਂਜੀ। ਮਾਨ ਬਚਨ ਮੈਂ ਦੀਨ ਆਹਾਰਾ, ਮਦਨ ਅਸਨ ਜਹ ਸਾਧ ਅਪਾਰਾ। ਬੜਾ ਸੁੰਦਰ ਸਵਾਦਿਸ਼ਟ ਪਦਾਰਥ ਭੋਜਨ ਲੰਗਰ ਸਾਲਸਰਾਏ ਜੌਹਰੀ ਘਰੋਂ ਲੈ ਕੇ ਆਇਆ ਸੀ, ਭਾਈ ਮਰਦਾਨੇ ਨੂੰ ਦਿੱਤਾ ਗਿਆ। ਮਾਨ ਬਚਨ ਮੈਂ ਦੀਨ ਆਹਾਰਾ, ਮਧੁਰ ਅਸਨ ਜੈ ਸਾਧ ਅਪਾਰਾ। ਮਧੁਰ ਵੀ ਹੈ, ਉਹਦੇ ਵਿੱਚ ਮਿੱਠੇ ਪਦਾਰਥ ਵੀ ਨੇ, ਸਲੂਣੇ ਵੀ ਨੇ। ਹਾਂਜੀ। ਘਰ ਲਾਲਚ ਖਾਵਾ ਮਨ ਪਾਇਓ, ਪੂਰਾ ਉਦਰ ਬਹੁ ਤਬ ਤ੍ਰਿਪਤਾਇਓ। ਤੇ ਰੱਜ ਰੱਜ ਕੇ ਭਾਈ ਮਰਦਾਨੇ ਨੇ ਉਹ ਪ੍ਰਸ਼ਾਦਾ, ਉਹ ਭੋਜਨ ਛਕਿਆ। ਹਾਂਜੀ। ਸ਼ਾਹ ਬਿਨਹਿ ਕਰ ਪੰਕਜ ਬਦਨੰ, ਲੇ ਤਬ ਗਮਣਿਓ ਆਪਣੇ ਸਦਨੰ। ਫਿਰ ਉਸ ਸ਼ਾਹੂਕਾਰ ਨੇ ਕੀ ਕੀਤਾ? ਬੇਨਤੀਆਂ ਕੀਤੀਆਂ, ਕਹਿਣ ਲੱਗਾ ਜੀ ਮੇਰੇ ਘਰ ਚੱਲੋ, ਮੇਰੇ ਗਰੀਬ ਖਾਨੇ ਵਿੱਚ ਚਰਨ ਪਾਓ ਆਪਣੇ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸਾਲਸਰਾਏ ਜੌਹਰੀ ਦੇ ਘਰ ਜਾਂਦੇ ਨੇ, ਉੱਥੇ ਠਹਿਰਦੇ ਨੇ। ਹਾਂਜੀ। ਕਿਤਕ ਦਿਵਸ ਤੈ ਨਗਰ ਮਜਾਰਾ, ਕੀਨ ਰਹਿਨ ਅਪਵਰਗ ਉਦਾਰਾ। ਇੱਥੇ ਮੁਕਤੀ ਦੇ ਦਾਤੇ ਨੇ, ਅਪਵਰਗ ਉਦਾਰ ਨੇ, ਸੰਸਾਰ ਨੂੰ ਮੁਕਤੀ ਦੇਣ ਵਾਲੇ ਸਤਿਗੁਰੂ ਨੇ ਕਈ ਦਿਨ ਬਤੀਤ ਕੀਤੇ, ਬੜਾ ਲੰਬਾ ਸਮਾਂ ਫਿਰ ਸਤਿਗੁਰੂ ਇੱਥੇ ਠਹਿਰੇ। ਹਾਂਜੀ। ਸ਼੍ਰੀ ਗੁਰ ਚਰਨ ਸੁਛਤਰ ਸਿਰ, ਸਦਾ ਅਟਲ ਜਹ ਛਾਇਆ। ਆਤਪ ਜਮ ਕੀ ਜਾਤ ਨਾ, ਕਿਉ ਸਮੀਪ ਸੁ ਆਇਆ। ਗੁਰੂ ਜੀ ਦੇ ਜਿਹੜੇ ਚਰਨ ਨੇ ਉਹ ਸ੍ਰੇਸ਼ਟ ਛਤਰ ਨੇ, ਤੇ ਕਹਿੰਦੇ ਜਿਹਦੇ ਸਿਰ ਤੇ ਗੁਰੂ ਦੇ ਚਰਨਾਂ ਦਾ ਛਤਰ ਝੁੱਲਦਾ ਹੋਵੇ ਤੇ ਉਹਦੇ ਲਾਗੇ ਜਮਾਂ ਨੇ ਕੀ ਆਉਣਾ ਭਾਈ। ਤੇ ਇਹ ਜ਼ਰੂਰ ਚੇਤਾ ਰੱਖਣਾ, ਜਿੱਥੇ ਜਮਦੂਤ ਨਹੀਂ ਆਉਂਦੇ ਉੱਥੇ ਭੂਤ ਕੀ ਕਰਨਗੇ। ਜਿੱਥੇ ਜਮਦੂਤ ਨਹੀਂ ਆ ਸਕਦੇ, ਹੁਣ ਦੇਖੋ ਨਾ ਸੈਂਟਰ ਦੀਆਂ ਕਿੰਨੀਆਂ ਕਿੰਨੀਆਂ ਵੱਡੀਆਂ ਰੌ ਵਰਗੀਆਂ, CBI ਵਰਗੀਆਂ, IB ਵਰਗੀਆਂ ਕਿੰਨੀਆਂ ਕਿੰਨੀਆਂ ਵੱਡੀਆਂ ਇੰਟੈਲੀਜੈਂਸੀਆਂ ਨੇ, CID ਵਰਗੀਆਂ, ਜੇ ਉਹ ਨਹੀਂ ਆ ਸਕਦੀਆਂ ਤੇ ਤੁਸੀਂ ਕੀ ਸੋਚਦੇ ਪੁਲਿਸ ਆ ਸਕਦੀ ਹੈ? ਪੁਲਿਸ ਤੇ ਬਹੁਤ ਲੋਅਰ ਲੈਵਲ ਦੀ ਇੱਕ ਫੋਰਸ ਹੈ, ਉਹ ਨਹੀਂ ਆ ਸਕਦੀ। ਜਿੱਥੇ ਜਮਦੂਤ ਨਹੀਂ ਆ ਸਕਦੇ ਉੱਥੇ ਭੂਤਾਂ ਦਾ ਕੀ ਕੰਮ ਹੈ? ਤੇ ਜਿੱਥੇ ਭੂਤ ਵੀ ਨਹੀਂ ਆ ਸਕਦੇ ਉੱਥੇ ਮੇਰੇ ਵਰਗੇ ਨੂੰ ਮੋਏ ਪੁੱਛਦੇ ਨੇ। ਐਵੇਂ ਹੁਣ ਮਾਈ ਵਾਂਗੂ ਕਹੀ ਜਾਵਾਂ ਕਾਕੇ ਨੂੰ ਮੈਂ ਆਵਾਂ, ਉਹਨੂੰ ਕਾਕੇ ਨੂੰ ਪਤਾ ਹੁੰਦਾ ਵੀ ਇਹਦੇ ਕੋਲ ਤੁਰਿਆ ਤਰਾ ਤੇ ਜਾਂਦਾ ਨਹੀਂ, ਮੰਜੀ ਤੇ ਬੈਠੀ, ਇਹਨੇ ਕੀ ਕਰ, ਕਹਿੰਦਾ ਬੇਬੇ ਆ ਜਾ। ਫਿਰ ਉਹ ਉਹਨਾਂ ਚਿਰ ਹੀ ਕਾਕਾ ਡਰਦਾ ਜਦੋਂ ਉਹਨੂੰ ਭੁਲੇਖਾ ਆਉਂਦਾ ਵੀ ਬੇਬੇ ਤੋਂ ਉੱਠ ਕੇ ਤੁਰ ਪੈਣੀ ਹੈ। ਜਦੋਂ ਉਹਨੂੰ ਪਤਾ ਲੱਗਾ ਵੀ ਤੇ ਤੁਰਦੀ ਨਹੀਂ, ਉਹ ਫਿਰ ਬੇਬੇ ਦੀ ਖੁੰਡੀ ਲੈ ਕੇ ਭੱਜ ਪੈਂਦਾ, ਕਹਿੰਦਾ ਬੇਬੇ ਆ ਜਾ, ਫਿਰ ਵੇਖ ਲੈਂਦੇ ਆਪਾਂ। ਜਦੋਂ ਤੁਸੀਂ ਰੱਬ ਦੀ ਛਤਰ ਵਿੱਚ ਜਾਣਾ ਹੈ ਤੇ ਫਿਰ ਤੁਹਾਨੂੰ ਕਿਸੇ ਨੇ ਦੁੱਖ ਨਹੀਂ ਦੇਣਾ। ਇਸੇ ਕਰਕੇ ਤੇ ਗੁਰੂ ਕੋਲ ਆਉਣਾ ਹੈ ਕਿ ਜਿਹਦੇ ਤੇ ਰੱਬ ਦਾ ਹੱਥ ਹੈ, ਜਿਹਦੇ ਤੇ ਗੁਰੂ ਦਾ ਹੱਥ ਹੈ, ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਉਹ ਕਿਵੇਂ ਦੁਖੀ ਹੋ ਸਕਦਾ ਹੈ ਭਾਈ? ਬਾਸੁਰ ਕਿਤਕ ਬਿਸ਼ੰਬਰ ਮਾਹੀ, ਰਹਿ ਦੁਰਮਤ ਬਹੁ ਨਰ ਕੀ ਦਾਹੀ। ਇਸ ਤਰ੍ਹਾਂ ਬਹੁਤ ਸਾਰੇ ਦਿਨ ਇਸ ਬਿਸ਼ੰਬਰਪੁਰ ਦੇ ਵਿੱਚ, ਇਹ ਪਟਨੇ ਦਾ ਇੱਕ ਪੁਰਾਣਾ ਨਾਮ ਹੈ, ਇਹਨੂੰ ਪਾਟਲੀ ਪੁੱਤਰ ਵੀ ਕਿਹਾ, ਇਹਨੂੰ ਪਟਨਾ ਵੀ ਕਿਹਾ,
ਇਹਨੂੰ ਬਿਸ਼ੰਬਰਪੁਰ ਵੀ ਕਿਹਾ। ਇਸ ਨਗਰੀ ਦੇ ਵਿੱਚ ਸਤਿਗੁਰੂ ਬੜਾ ਲੰਬਾ ਸਮਾਂ ਰੁਕੇ ਨੇ। ਹਾਂਜੀ। ਮੁਕਤ ਪੰਥ ਸਿੱਖੀ ਪ੍ਰਗਟਾਈ, ਸਿਮਰਹਿ ਸਤ ਨਾਮ ਸੁਖਦਾਈ। ਇੱਥੇ ਰਹਿ ਕੇ ਸਤਿਗੁਰਾਂ ਨੇ ਲੋਕਾਂ ਦੀ ਦੁਰਮਤ ਦਾ ਨਾਸ਼ ਕੀਤਾ ਹੈ। ਦੇਖੋ, ਦੋ ਹੀ ਚੀਜ਼ਾਂ ਮਨੁੱਖ ਲਈ ਮਾੜੀਆਂ ਨੇ। ਚੰਗੀ ਮੱਤ ਜਿਹੜੀ ਹੈ ਇਹ ਤੁਹਾਡੇ ਲਈ ਸ਼ੁਭ ਹੈ, ਮਾੜੀ ਮੱਤ ਜਿਹੜੀ ਹੈ ਇਹ ਤੁਹਾਡੇ ਲਈ ਅਸ਼ੁਭ ਹੈ। ਚੰਗੇ ਗੁਣ ਜਿਹੜੇ ਨੇ ਇਹ ਤੁਹਾਡੇ ਵਾਸਤੇ ਸ਼ੁਭ ਨੇ, ਮਾੜੇ ਜਿਹੜੇ ਔਗਣ ਨੇ ਇਹ ਤੁਹਾਡੇ ਵਾਸਤੇ ਅਸ਼ੁਭ ਨੇ। ਅਸੀਂ ਇਹਦਾ ਸੋਚਦੇ ਹੀ ਨਹੀਂ, ਨਾ ਸਾਨੂੰ ਇਹਦਾ ਪੜ੍ਹਾਇਆ ਗਿਆ। ਹੁਣ ਜਿਸ ਵਿਅਕਤੀ ਨੇ ਸਾਰੀ ਜ਼ਿੰਦਗੀ ਚੰਗੇ ਕੰਮ ਕੀਤੇ ਨੇ, ਕੀ ਤੁਸੀਂ ਸੋਚ ਸਕਦੇ ਵੀ ਉਹਨੂੰ ਦੁੱਖ ਹੋ ਸਕਦਾ ਹੈ? ਨਾ, ਉਹਦੀ ਤਾਂ ਮਰੇ ਦੀ ਵੀ ਪੂਜਾ ਹੋਏਗੀ। ਜਿਹਨੇ ਸਾਰੀ ਜ਼ਿੰਦਗੀ ਮਾੜੇ ਕੰਮ ਕੀਤੇ ਨੇ, ਤੁਸੀਂ ਸੋਚ ਸਕਦੇ ਵੀ ਉਹਦੀ ਸ਼ੋਭਾ ਹੋਏਗੀ? ਨਹੀਂ, ਉਹਦੀ ਤਾਂ ਲੋਕ ਮਰੇ ਦੀ ਮੜੀ ਨੂੰ ਵੀ ਜੁੱਤੀਆਂ ਮਾਰਨਗੇ। ਅੱਜ ਕਿ ਕਿੰਨੇ ਨਾਂ ਜਿਹੜੇ ਨੇ ਇਹ ਵਰਤੇ ਜਾਂਦੇ ਨੇ, ਕਹਿੰਦੇ ਤੇ ਹਰਨਾਕਸ਼ ਹੈ, ਤੇ ਰਾਵਣ ਹੈ, ਇਹ ਤਾਂ ਦੁਰਯੋਧਨ ਹੈ। ਇਹ ਬੁਰਾਈ ਦੇ ਪ੍ਰਤੀਕ ਨਾਮ ਨੇ। ਕਈ ਬੰਦਿਆਂ ਦੇ ਨਾਵਾਂ ਨਾਲ ਅਸੀਂ ਜੁੜੇ ਹੋਏ ਨੇ, ਬੋਲਦੇ ਹਾਂ ਅਸੀਂ ਕਿ ਇਹਦੇ ਵਿੱਚ ਜੀ ਹੁਣ ਔਰੰਗਜ਼ੇਬ ਦੀ ਰੂਹ ਆ ਗਈ ਜੀ, ਇਹਦੇ ਚੁਣ ਜੀ ਉਹ ਕਈ ਨਾਂ ਅਸੀਂ ਯੂਜ਼ ਕਰਦੇ, ਕਈ ਨਾਂ ਬੋਲਦੇ ਅਸੀਂ। ਜਿਹੜੀ ਗੁਰੂ ਦੇ ਕੋਲੋਂ ਆ ਕੇ ਲੈਣ ਵਾਲੀ ਚੀਜ਼ ਹੈ ਨਾ, ਸਾਡਾ ਜਾਂ ਤਾਂ ਸਿਸਟਮ ਹੀ ਇਦਾਂ ਦਾ ਬਣ ਗਿਆ ਵੀ ਸਾਨੂੰ ਤਾਂ ਸਥੂਲ ਵਸਤੂ ਚਾਹੀਦੀ ਹੈ। ਜਿਵੇਂ ਗੁਰਦੁਆਰੇ ਆਏ, ਕੜਾਹ ਪ੍ਰਸ਼ਾਦ ਮਿਲ ਗਿਆ, ਸਾਨੂੰ ਲੱਗਦਾ ਸਾਰਾ ਕੁਝ ਹੀ ਮਿਲ ਗਿਆ, ਕਿਉਂਕਿ ਉਹ ਹੱਥ ਤੇ ਨਜ਼ਰ ਆਉਂਦਾ ਹੈ ਇਹ ਕੜਾਹ ਪ੍ਰਸ਼ਾਦ ਹੈ। ਪਰ ਇਹਦੇ ਤੋਂ ਵੀ ਇੱਕ ਬਹੁਤ ਵੱਡੀ ਚੀਜ਼ ਹੈ ਗੁਰਦੁਆਰੇ ਵਿੱਚ, ਹੈ ਉਹ ਹੈ ਗੁਰਪ੍ਰਸਾਦ। ਕੜਾਹ ਪ੍ਰਸ਼ਾਦ ਤੋਂ ਪਹਿਲਾਂ ਇੱਕ ਗੁਰਪ੍ਰਸਾਦ ਵੀ ਹੈ, ਗੁਰੂ ਦੀ ਕਿਰਪਾ ਵੀ ਹੈ, ਉਹ ਵੀ ਚਾਹੀਦੀ ਸੀ, ਜਿਹਦੇ ਲਈ ਨਾ ਸਾਨੂੰ ਕਿਸੇ ਨੇ ਸਮਝਾਇਆ, ਨਾ ਸਾਨੂੰ ਅਜੇ ਤੱਕ ਸਮਝ ਆਈ ਹੈ। ਸਾਡਾ ਤਾਂ ਉਜੈਨ ਦੇ ਉਸ ਪੰਡਤ ਦੇ ਪੁੱਤਰ ਵਾਲਾ ਕੰਮ ਹੈ ਵੀ ਜੇ ਗੁਰੂ ਕਲਗੀਧਰ ਪਿਤਾ ਤੋਂ ਬਖਸ਼ਿਸ਼ ਲੈ ਲਈ ਤੇ ਚਮਕੌਰ ਹੀ ਵੇਚ ਦਿੱਤੀ, ਪੈਸੇ ਵਟ ਲੈ। ਕਿਉਂਕਿ ਸਾਨੂੰ ਸਥੂਲ ਵਸਤੂ ਹੀ ਬਖਸ਼ਿਸ਼ ਲੱਗਦੀ ਹੈ। ਅੱਜ ਵੀ ਸਾਨੂੰ ਇਦਾਂ ਹੀ ਲੱਗਦਾ, ਜਿਹਦੇ ਕੋਲ ਚਾਰ ਚੀਜ਼ਾਂ ਬਹੁਤੀਆਂ ਨੇ ਅਸੀਂ ਸੋਚਦੇ ਤੇ ਬੜਾ ਹੀ ਸੁਖੀ, ਇਹਦੇ ਤੇ ਮਹਾਰਾਜ ਦੀ ਬੜੀ ਕਿਰਪਾ ਹੈ। ਪਰ ਸਾਨੂੰ ਇਹ ਨਹੀਂ ਪਤਾ ਵੀ ਕਈਆਂ ਦਾ ਗਲ ਇਹਨਾਂ ਚੀਜ਼ਾਂ ਕਰਕੇ ਨੌਕਰਾਂ ਨੇ ਘੁੱਟ ਦਿੱਤਾ। ਕਈਆਂ ਦਾ ਗਲ ਨੌਕਰਾਂ ਨੇ ਇਹਨਾਂ ਚੀਜ਼ਾਂ ਕਰਕੇ ਹੀ ਘੁੱਟ ਦਿੱਤਾ। ਕੀ ਕਹੋਗੇ, ਇਹ ਕਿਰਪਾ ਸੀ ਵੀ ਨੌਕਰਾਂ ਦੇ ਉੱਥੋਂ ਹੀ ਮਰ ਗਿਆ ਬੰਦਾ? ਕਾਹਦੇ ਕਰਕੇ ਮਰਿਆ? ਪੈਸੇ ਕਰਕੇ। ਨਾ ਇੰਨੇ ਪੈਸੇ ਹੁੰਦੇ ਤੇ ਨੌਕਰਾਂ ਨੇ ਮਾਰ ਕੇ ਲੈਣਾ ਵੀ ਕੀ ਸੀ? ਕੋਈ ਲੋੜ ਨਹੀਂ ਸੀ। ਮਾਨਸਰੋਵਰ ਗਾਰਡਨ ਇੱਕ ਮਰਡਰ ਹੋਇਆ ਸੀ, ਮੈਂ ਖੁਦ ਵੀ ਉੱਥੇ ਗਿਆ ਸੀ। ਉਦੋਂ ਪੰਜਾਬੀ ਬਾਗ ਸੰਸਕਾਰ ਹੋਇਆ ਉਸ ਬੀਬੀ ਦਾ। ਹੋਇਆ ਕੀ ਵੀ ਜਦੋਂ ਸਰਦਾਰ ਜੀ ਘਰ ਆਏ, ਜਦੋਂ ਆਉਂਦੇ ਸੀ ਰੋਜ਼ ਦਾ ਹੀ ਕੰਮ ਸੀ ਉਹਨਾਂ ਦਾ, ਅੱਗੇ ਉਹਨਾਂ ਢੇਰੀ ਲਾ ਦੇਣੀ, ਤੇ ਘਰ ਦੀ ਜਿਹੜੀ ਕੰਮ ਵਾਲੀ ਸੀ ਕਿ ਪਤਾ ਨਹੀਂ ਪ੍ਰੈਸ ਵਾਲੀ ਸੀ, ਇੱਕ ਦਿਨ ਕਿਤੇ ਉਹਦਾ ਮੁੰਡਾ ਵੀ ਉਹ ਆ ਗਿਆ ਘਰ। ਉਹਨੇ ਵੇਖਿਆ ਵੀ ਇਹ ਤਾਂ ਬਾਊ ਜੀ ਤਾਂ ਬੜਾ ਮਾਲ ਲਿਆਉਂਦੇ ਨੇ, ਪੂਰਾ ਬੈਡ ਹੀ ਭਰ ਦਿੰਦਾ ਹੈ। ਉਹ ਮੁੰਡਾ ਮੁੰਡਿਆਂ ਨਾਲ ਰਲ ਗਿਆ ਕਿਤੇ। ਹੁਣ ਉਸ ਘਰ ਦਾ ਉਹ ਨੌਕਰ ਸੀ, ਕੰਮ ਵਾਲੀ ਦਾ ਮੁੰਡਾ ਸੀ ਜਾਂ ਪ੍ਰੈਸ ਵਾਲੀ ਦਾ ਮੁੰਡਾ ਸੀ। ਉਹ ਆ ਗਿਆ ਬੰਦੇ ਲੈ ਕੇ ਦੇਣੇ, ਮੂੰਹ ਸਿਰ ਬੱਧੇ ਸੀ। ਉਹ ਘਰ ਦੀ ਹਫੜਾ ਦਫੜੀ ਦੇ ਵਿੱਚ ਘਰ ਦੀ ਜਿਹੜੀ ਸੈਣ ਮਾਲਕਣ ਸੀ ਉਹਨੇ ਨੌਕਰ ਨੂੰ ਪਛਾਣ ਲਿਆ, ਨੌਕਰ ਦੇ ਕੰਮ ਵਾਲੀ ਦੇ ਮੁੰਡੇ ਨੂੰ ਪਛਾਣ ਲਿਆ। ਉਹ ਕਹਿੰਦੀ ਵੇ ਤੂੰ? ਉਹ ਨਾਲ ਦਿਆਂ ਨੂੰ ਕਹਿਣ ਲੱਗਾ ਵੀ ਮੈਂ ਤੇ ਪਛਾਣਿਆ ਗਿਆ, ਮੈਂ ਤੇ ਮਰ ਗਿਆ, ਮੈਂ ਮਰਿਆ ਤੇ ਤੁਸੀਂ ਵੀ ਮਰ ਗਏ। ਤੁਸੀਂ ਵੇਖੋ ਹੋਇਆ ਕੀ, ਸ਼ਾਇਦ ਹੱਥੋਂ ਪਾਈ ਹੋਈ ਹੋਏਗੀ। ਫਿਰ ਉਹਨਾਂ ਨੇ ਉਸ ਔਰਤ ਦੇ ਦੋਨੋਂ ਗੁੱਟ ਕੱਟ ਦਿੱਤੇ, ਆ ਦੋਨੋਂ ਹੱਥ।
ਤੇ ਜਦੋਂ ਤੱਕ ਮੈਂ ਪੰਜਾਬੀ ਬਾਗ ਗਿਆ ਤੇ ਉਹ ਲੜਕਾ ਪੁਲਿਸ ਨੇ ਫੜ ਵੀ ਲਿਆ। ਹੁਣ ਪੁਲਿਸ ਦੀ ਥਿਊਰੀ ਉਸ ਚੋਰਾਂ ਤੋਂ ਵੀ ਅੱਗੇ ਹੈ। ਸੰਸਕਾਰ ਤੱਕ ਉਹ ਜਿਹੜੀ ਕਤਲ ਦੀ ਜਿਹੜੀ ਮਿਸਟਰੀ ਸੀ ਉਹ ਹੱਲ ਹੋ ਗਈ। ਮੁੰਡਾ ਉਹਨਾਂ ਨੇ ਹੱਥ ਕੜੀ ਲਾ ਕੇ ਖੜਾ ਕੀਤਾ ਸੀ ਕੋਲੇ ਜਦੋਂ ਸੰਸਕਾਰ ਦੀ ਅਰਦਾਸ ਹੋਈ। ਹੁਣ ਕੀ ਕਹੀਏ, ਪੈਸਾ ਕਿੰਨਾ ਕੁ ਚੰਗਾ ਹੈ। ਉਹ ਨਾ ਢੇਰੀ ਲਾਉਣ ਸਰਦਾਰ ਜੀ ਤੇ ਨਾ ਭੈਣ ਦੇ ਹੱਥ ਵੱਡੇ ਜਾਣ। ਇਹਦਾ ਅਰਥ ਇਹ ਨਹੀਂ ਕਿ ਪੈਸਿਆਂ ਦੀ ਢੇਰੀ ਲੱਗਣੀ ਨਹੀਂ ਚਾਹੀਦੀ, ਪਰ ਕਈ ਵਾਰੀ ਅਸੀਂ ਸੋਚਦੇ ਵੀ ਪੈਸਾ ਹੀ ਸਭ ਕੁਝ ਹੈ। ਪੈਸਾ ਸਭ ਕੁਝ ਨਹੀਂ ਹੈ। ਇਹ ਧਨ ਜੋਬਨ ਦੋਏ ਵੈਰੀ ਹੋਏ, ਜਿਨੀ ਰਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਇਸੇ ਕਰਕੇ ਸਾਡੇ ਬਜ਼ੁਰਗ ਪਤਾ ਕੀ ਕਹਿੰਦੇ ਸੀ? ਕਹਿੰਦੇ ਸੀ ਮਹਾਰਾਜ ਓਨਾ ਹੀ ਦਵੀਂ ਜਿਹੜਾ ਸੁੱਖ ਹੰਡਣਾ ਹੋਵੇ, ਓਨੀ ਕੀ ਮਾਇਆ ਦਵੀਂ, ਓਨੀ ਕੀ ਇੱਜ਼ਤ ਦਵੀਂ, ਓਨੀ ਕੀ ਮਾਣ ਪਦਵੀ ਦਵੀਂ, ਓਨੀ ਕੀ ਧਨ ਦੌਲਤ ਦਵੀਂ, ਉਸ ਤੋਂ ਵੱਧ ਦਵੀਂ ਨਾ। ਜਿਹਨੇ ਮੁੜ ਕੇ ਦੁੱਖ ਦੇਣਾ ਹੈ ਉਹ ਨਾ ਦਵੀਂ, ਤੂੰ ਰਹਿਣ ਦੇ। ਉਹਦੇ ਨਾਲੋਂ ਘੱਟ ਹੀ ਦੇ ਦੀ ਅਸੀਂ, ਸਾਨੂੰ ਉਹ ਵੀ ਚੰਗਾ ਹੈ, ਪਰ ਦੁੱਖ ਨਾ ਦਵੀਂ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਰਹਿ ਦੁਰਮਤ ਬਹੁ ਨਰ ਕੀ ਦਾਹੀ ਲੋਕਾਂ ਨੂੰ ਸਮਝਾਇਆ ਵੀ ਮਾੜੀ ਮੱਤ ਦਾ ਤਿਆਗ ਕਰੋ। ਵੇਖਾ ਵੇਖੀ ਆਪਾਂ ਸਾਰੇ ਇਸ ਪਾਸੇ ਤੁਰ ਪਏ। ਹਾਏ ਪੈਸਾ, ਹਾਏ ਪੈਸਾ, ਹਾਏ ਮਾਇਆ, ਹਾਏ ਮਾਇਆ। ਮਾਇਆ ਮਾੜੀ ਨਹੀਂ ਹੈ, ਪਰ ਮਾਇਆ ਦੀ ਮਮਤਾ ਬਹੁਤ ਮਾੜੀ ਹੈ। ਪੈਸਿਆਂ ਪਿੱਛੇ ਫਿਰ ਅਸੀਂ ਭੈਣ ਭਰਾ ਵੀ ਛੱਡਤੇ, ਰਿਸ਼ਤੇਦਾਰ ਵੀ ਛੱਡਤੇ, ਹੌਲੀ ਹੌਲੀ ਅਸੀਂ ਆਪਣਾ ਦੀਨ ਮਾਨ ਵੀ ਛੱਡ ਦਿੱਤਾ। ਹੁਣ ਤੇ ਪੈਸਾ ਹੀ ਸਭ ਕੁਝ ਹੈ। ਉਹੀ ਇੱਜ਼ਤ ਹੈ, ਉਹੀ ਮਾਂ ਪਿਓ ਹੈ, ਉਹੀ ਭੈਣ ਭਰਾ ਹੈ। ਹਾਂਜੀ। ਮੁਕਤ ਪੰਥ ਸਿੱਖੀ ਪ੍ਰਗਟਾਈ, ਸਿਮਰੈ ਸਤ ਨਾਮ ਸੁਖਦਾਈ। ਇੱਥੇ ਫਿਰ ਸਤਿਗੁਰੂ ਜੀ ਨੇ ਸਿੱਖੀ ਨੂੰ ਪ੍ਰਗਟ ਕੀਤਾ। ਲੋਕਾਂ ਨੂੰ ਕਿਹਾ ਵੀ ਸਤ ਨਾਮ ਦਾ ਸਿਮਰਨ ਕਰਨਾ ਹੈ, ਸੱਚੇ ਨਾਮ ਦਾ। ਹਾਂਜੀ। ਏਕ ਦਿਵਸ ਬੈਸੇ ਗਤ ਦਾਨੀ, ਬੋਲਿਓ ਮਰਦਾਨਾ ਅਸਬਾਨੀ। ਇੱਕ ਦਿਨ ਬੈਠੇ ਸੀ, ਭਾਈ ਮਰਦਾਨੇ ਨੇ ਸਤਿਗੁਰਾਂ ਦੇ ਸਨਮੁਖ ਬੇਨਤੀ ਕੀਤੀ। ਹਾਂਜੀ। ਇਸੇ ਸਥਾਨ ਰਹਿਣ ਤੁਮ ਆਏ, ਦੇਖਿਓ ਨਗਰ ਰੁਚਰ ਮਨ ਪਾਏ। ਮਰਦਾਨਾ ਕਹਿਣ ਲੱਗਾ ਬਾਬਾ ਤੁਸੀਂ ਤੇ ਕਹਿੰਦੇ ਸੀ ਆਪਾਂ ਭਰਮਣ ਕਰਨਾ ਹੈ, ਤੇ ਸੋਹਣਾ ਸ਼ਹਿਰ ਵੇਖਿਆ ਪਟਨੇ ਦਾ, ਤੇ ਤੁਸੀਂ ਤੇ ਇੱਥੇ ਸਮਾਧੀ ਲਾ ਲਈ, ਅੱਗੇ ਨਹੀਂ ਚੱਲਣਾ ਆਪਾਂ। ਹਾਂਜੀ। ਕਹਿ ਤੁਮ ਨਿਕਸੇ ਹੋਏ ਉਦਾਸੀ, ਪਰਚ ਰਹੇ ਕਰ ਰਿਦਾ ਬਿਲਾਸੀ। ਇੱਕ ਵਾਰੀ ਜਦੋਂ ਸੁਲਤਾਨਪੁਰ ਤੋਂ ਤੁਰੇ ਤੇ ਉਦਾਸੀ ਹੋ ਕੇ ਤੁਰੇ ਸੀ ਕਿ ਹੁਣ ਪਟਨੇ ਦੇ ਜਿਹੜੇ ਬਿਲਾਸ ਨੇ, ਖੁਸ਼ੀਆਂ ਨੇ, ਖੇੜੇ ਨੇ, ਕਿ ਆਪ ਜੀ ਨੂੰ ਇੰਨੇ ਭਾਗ ਗਏ ਨੇ ਵੀ ਹੁਣ ਤੁਸੀਂ ਅੱਗੇ ਤੁਰਦੇ ਹੀ ਨਹੀਂ, ਚੱਲਦੇ ਹੀ ਨਹੀਂ, ਤੁਸੀਂ ਇੱਥੇ ਬਹਿ ਗਏ। ਹਾਂਜੀ। ਅਪਰ ਦੇਸ਼ ਕੀ ਕੀਜੈ ਸੈਲਾ, ਜਿਤ ਇਸ਼ਾ ਗਮਣੋ ਤਿਤ ਗੈਲਾ। ਕਹਿਣ ਲੱਗਾ ਨਹੀਂ ਬਾਬਾ ਅੱਗੇ ਚੱਲੋ, ਕਿਸੇ ਹੋਰ ਦੇਸ਼ ਚੱਲੀਏ, ਤੁਸੀਂ ਅੱਗੇ ਚੱਲੋ, ਅਸੀਂ ਤੁਹਾਡੇ ਮਗਰ ਚੱਲਦੇ ਹਾਂ। ਹਾਂਜੀ। ਮੈਂ ਸੁਣ ਕਰ ਮਨ ਮਾਹੇ ਵਿਚਾਰੀ, ਡੂਮ ਬਾਣ ਇਨ ਨਾਹੈ ਵਿਸਾਰੀ। ਤੇ ਬਾਲਾ ਕਹਿੰਦਾ ਵੀ ਮੈਂ ਕਿਹਾ ਬਾਬਾ ਵੀ ਇਹ ਰਿਹਾ ਤੇ ਮਰਦਾਨਾ ਡੂਮ ਦਾ ਡੂਮ ਹੀ ਹੈ। ਕਦੇ ਕਹਿੰਦਾ ਸੀ ਨਹੀਂ ਜੀ ਹੁਣ ਮੈਂ ਤੁਹਾਡੀ ਰਜਾ 'ਚ ਹੀ ਰਵਾਂਗਾ, ਹੁਣ ਫਿਰ ਕਹਿੰਦਾ ਵੀ ਰਜਾ 'ਚ ਰਹਿਣ ਦਾ ਮਤਲਬ ਜੇ ਬਾਬਾ ਬੈਠਾ ਤੂੰ ਵੀ ਬੈਠਾ ਰਹੋ। ਹੁਣ ਜੇ ਬਾਬਾ ਬਹਿ ਜਾਂਦਾ ਤੇ ਕਹਿੰਦਾ ਜੀ ਚੱਲੀਏ ਭੁੱਖ ਲੱਗੀ ਹੈ ਮੈਨੂੰ, ਜੇ ਬਾਬਾ ਬਹਿ ਗਿਆ ਤੇ ਕਹਿੰਦਾ ਨਹੀਂ ਜੀ ਹੁਣ ਤੁਰੋ। ਹੁਣ ਤੁਰਦੇ ਕਿਉਂ ਨਹੀਂ ਤੁਸੀਂ? ਹਾਂਜੀ। ਏਤੀ ਮਹਿਮਾ ਨੈਣ ਨਿਹਾਰੀ, ਤਦਪ ਨ ਰਹਿਤ ਹੋਏ ਅਨਸਾਰੀ। ਕਿੰਨੀ ਮਹਿਮਾ ਮਰਦਾਨੇ ਨੇ ਆਪਣੀਆਂ ਅੱਖਾਂ ਨਾਲ ਵੇਖੀ। ਭੇਡੂ ਬਣਿਆ ਵਾਪਸ ਲਿਆਂਦਾ ਮਰਦਾਨਾ, ਪਰ ਇਹ ਅਸਲ ਵਿੱਚ ਗੁਰੂ ਦਾ ਆਪਣਾ ਇੱਕ ਕੌਤਕ ਹੈ। ਕੋਈ ਨਾ ਕੋਈ ਪ੍ਰਥਾਏ ਸਾਖੀ ਐਸੀ ਵਿਧ ਬਣਾਉਂਦੇ ਨੇ ਸਤਿਗੁਰੂ। ਕਿਤੇ ਮਰਦਾਨੇ ਨੇ ਕਹਿਤਾ ਭੁੱਖ ਲੱਗੀ ਹੈ, ਹੁਣ ਨਾ ਮਰਦਾਨੇ ਨੂੰ ਪਿਆਸ ਲੱਗੇ ਤੇ ਨਾ ਉਹਨਾਂ ਜਾਦੂ ਕਰਨੀਆਂ ਉਹਨਾਂ ਔਰਤਾਂ ਦਾ ਉਧਾਰ ਹੋਵੇ। ਭਾਈ ਪਤਾ ਨਹੀਂ ਕਿੰਨਾ ਕੁ ਭਾਗਾਂ ਵਾਲਾ ਹੋਏਗਾ ਭਾਈ ਮਰਦਾਨਾ। ਇਉਂ ਲੱਗਦਾ ਕਿ ਬਾਬੇ ਨਾਨਕ ਦੀ ਬਹੁਤੀ ਕਥਾ ਭਾਈ ਮਰਦਾਨੇ ਦੇ ਇਰਦ ਗਿਰਦ ਘੁੰਮਦੀ ਹੈ। ਹੁਣ ਸਾਡੀ ਸੋਚ ਨੈਗੇਟਿਵ ਹੈ। ਉਹ ਪਤਾ ਅਸੀਂ ਕੀ ਕਰਦੇ ਹਾਂ, ਉਹ ਜੀ ਮਰਦਾਨੇ ਦੀ ਤਾਂ ਭੁੱਖ ਹੀ ਨਾ ਮਰੀ ਜੀ,
ਗੱਲ ਮਰਦਾਨੇ ਦੀ ਭੁੱਖ ਦੀ, ਗੱਲ ਤਾਂ ਮਰਦਾਨੇ ਦੀ ਭੁੱਖ ਤੇ ਸਾਰੀਆਂ ਸਾਖੀਆਂ ਖੜੀਆਂ ਹੋਈਆਂ ਨੇ। ਜਦੋਂ ਕੋਈ ਵਿਧ ਬਣਦੀ ਭਾਈ ਮਰਦਾਨੇ ਦੇ ਰਾਹੀਂ ਬਣਦੀ ਹੈ। ਉਹ ਕਿੱਡਾ ਵੱਡਾ ਪਾਤਰ ਹੈ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ, ਉਸ ਕਥਾ ਦਾ, ਉਸ ਸਾਖੀ ਦਾ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ